ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਜਿੱਥੇ ਵੀ ਸੜਕਾਂ ਦੇ ਲਈ ਜ਼ਮੀਨ ਐਕਵਾਇਰ ਹੋ ਰਹੀ ਹੈ ਉੱਥੇ ਕਿਸਾਨ ਲਗਾਤਾਰ ਜਿਹੜਾ ਉਹ ਇਹਦਾ ਰੋਸ ਕਰਦੇ ਆ ਰਹੇ ਨੇ, ਵਿਰੋਧ ਕਰਦੇ ਆ ਰਹੇ ਨੇ। ਕਈ ਵਾਰ ਬਹੁਤ ਇਹੋ ਜਿਹੀਆਂ ਡਾਕਟਰ ਸਾਹਿਬ ਸਥਿਤੀਆਂ ਹੁੰਦੀਆਂ ਨੇ ਕਿ ਸੜਕ ਨਿਕਲ ਰਹੀ ਹੈ, ਕਿਸੇ ਦਾ ਅੱਧਾ ਮਕਾਨ ਵਿੱਚ ਆ ਗਿਆ, ਕਿਸੇ ਦੀ 10 ਕਿੱਲੇ 5 ਕਿੱਲੇ ਜ਼ਮੀਨ ਹੈ, ਜਾਂ ਮੰਨ ਲਓ ਕਿਸੇ ਦੀ 1 ਕਿੱਲਾ ਜ਼ਮੀਨ ਹੀ ਹੈ, ਉਹਦੀ 1 ਕਨਾਲ ਬਾਹਰ ਰਹਿ ਗਈ ਤੇ ਜਿਹੜੀਆਂ 7 ਕਨਾਲਾਂ ਵਿੱਚ ਆ ਗਈਆਂ। ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਦੇ ਨਾਲ ਹੁਣ ਇਹ ਪ੍ਰਬੰਧ ਨਿਰਧਾਰਿਤ ਕਰਦੇ ਹਨ, ਇਨਸ਼ੋਰ ਕਰਦੇ ਹਨ ਕਿ ਜੇ ਕੋਈ ਵੀ ਐਸਾ ਸਟੇਕ ਹੋਲਡਰ ਹੈ ਜਿਸ ਦਾ ਉਜਾੜ ਇਸ ਤਰੀਕੇ ਨਾਲ ਹੋ ਰਿਹਾ ਹੈ ਕਿ ਉਸਦੀ ਕੁਝ ਜ਼ਮੀਨ ਐਕੁਇਜ਼ੀਸ਼ਨ ਚ ਆ ਰਹੀ ਹੈ, ਬਾਕੀ ਜ਼ਮੀਨ ਕਿਸੇ ਲਾਹੇਵੰਦ ਕੰਮ ਨਹੀਂ ਰਹਿੰਦੀ, ਉਹ ਵੰਡੀ ਜਾਂਦੀ ਹੈ। ਸੋ ਅਜਿਹੀ ਜ਼ਮੀਨ ਦੀ ਐਕੁਇਜ਼ੀਸ਼ਨ ਦੇ ਲਈ ਅਸੀਂ ਆਪਣੀ ਰਿਪੋਰਟ ਦੇ ਵਿੱਚ ਸਿਫਾਰਿਸ਼ ਨਹੀਂ ਕਰਦੇ। ਇੱਕ ਥਾਂ ਤੋਂ ਜੇ ਕੋਈ ਉਜੜ ਰਿਹਾ ਹੈ, ਜੇ ਕਿਸੇ ਦੀ ਜ਼ਮੀਨ ਉਜੜ ਰਹੀ ਹੈ, ਜੇ ਕਿਸੇ ਦੀ ਜ਼ਮੀਨ ਦਾ ਵੱਡਾ ਟੱਕ ਐਕੁਇਜ਼ੀਸ਼ਨ ਦੇ ਅੰਡਰ ਆ ਰਿਹਾ ਹੈ ਔਰ ਬਾਕੀ ਜ਼ਮੀਨ ਉਹਦੀ ਬੇਲੋੜੀ ਬੇਵਰਤੋਂ ਰਹਿ ਜਾਂਦੀ ਹੈ, ਉਸ ਨੂੰ ਉਨੀ ਹੀ ਪੈਮਾਇਸ਼ ਦਾ ਜਾਂ ਉਸ ਤੋਂ ਵੱਧ ਪੈਮਾਇਸ਼ ਦਾ ਇੱਕ ਐਸਾ ਟੱਕ ਦਿੱਤਾ ਜਾਏ ਜੋ ਉਸ ਦੇ ਲਈ ਉਸ ਦਾ ਮੁੜ ਵਸੇਬਾ ਕਰਦਾ ਹੈ। ਸੱਚਾਈ ਇਹ ਹੈ ਕਿ ਵਿਕਾਸ ਨੂੰ ਰੋਕਿਆ ਨਹੀਂ ਜਾ ਸਕਦਾ ਸਮੇਂ ਦੇ ਨਾਲ, ਤੁਸੀਂ ਜੋ ਕੁਝ ਮਰਜ਼ੀ ਕਰ ਲਓ। ਔਰ ਜਦੋਂ ਵਿਕਾਸ ਹੁੰਦਾ ਨਾ ਉਹਦੇ ਨਾਲ ਕਿਤੇ ਨਾ ਕਿਤੇ ਵਿਨਾਸ਼ ਵੀ ਹੁੰਦਾ ਹੈ। ਉਸ ਵਿਨਾਸ਼ ਤੋਂ ਬਚਣ ਲਈ ਭਵਿੱਖ ਵਿੱਚ ਉਹਦਾ ਕੋਈ ਅਸਰ ਨਾ ਹੋਵੇ ਜਿਹੜੇ ਲੋਕਾਂ ਤੇ, ਉਹ ਹੈਗੀ ਆ ਸੋਸ਼ਲ ਇੰਪੈਕਟ ਸਟੱਡੀ। 4 ਮੁੱਖ ਪ੍ਰਬੰਧ ਨੇ ਜੀ ਜੋ ਅਸੀਂ ਇਸ ਦੇ ਵਿੱਚ ਵਿਚਾਰਨੇ ਹੁੰਦੇ ਹਨ। ਸਭ ਤੋਂ ਪਹਿਲਾਂ ਜ਼ਮੀਨ ਕਿਸੇ ਪਬਲਿਕ ਪਰਪਸ ਲਈ ਹੈ, ਭਾਵ ਉਹ ਕਿਸੇ ਜਨ ਸਹੂਲਤ ਦੇ ਲਈ ਗ੍ਰਹਿਣ ਕੀਤੀ ਜਾਣੀ ਹੈ। ਦੂਸਰਾ, ਕੀ ਇਹ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਬੇਅਰ ਮਿਨੀਮਮ ਜਾਂ ਸਭ ਤੋਂ ਘੱਟ ਹੈ। ਤੀਸਰਾ, ਕੀ ਇਸ ਜ਼ਮੀਨ ਦਾ ਕੋਈ ਹੋਰ ਵਿਕਲਪ ਹੈ। ਚੌਥਾ, ਜੇ ਜ਼ਮੀਨ ਦਾ ਕੋਈ ਵਿਕਲਪ ਨਹੀਂ ਹੈ, ਇਹ ਬੇਅਰ ਮਿਨੀਮਮ ਹੈ, ਇਹਨੂੰ ਲਾਗੂ ਕੀਤਾ ਜਾਣਾ, ਇਹਨੂੰ ਅਕਵਾਇਰ ਕੀਤਾ ਜਾਣਾ ਲਾਜ਼ਮੀ ਹੈ ਪਬਲਿਕ ਪਰਪਸ ਦੇ ਲਈ। ਇੱਕ ਤੇ ਸਟੱਡੀ ਹੈ ਨਾ, ਇੱਕ ਰੀਅਲ ਇੰਪੈਕਟ ਕੀ ਪੈ ਰਿਹਾ ਉਹਨਾਂ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਉੱਤੇ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਰਿਫਾਈਨਰੀ 'ਚ ਆ ਗਈਆਂ ਪਰ ਥੋੜੀਆਂ ਬਚ ਗਈਆਂ ਪਰ ਪਿੰਡ ਨਾਲ ਹਾਲੇ ਰਹਿੰਦੇ ਆ, ਉਹਨਾਂ ਤੇ ਸੋਸ਼ਲ ਤੌਰ ਤੇ ਕੀ ਪ੍ਰਭਾਵ ਪੈ ਰਿਹਾ। ਡਾਕਟਰ ਸਾਹਿਬ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਨਾ। ਫੁੱਲੋਖਾਰੀ ਪਿੰਡ ਦੇ ਨਾਲ ਉਸ ਰਿਫਾਈਨਰੀ ਦਾ LPG ਸਟੋਰੇਜ ਯੂਨਿਟ ਹੈ ਜਿਹਨੂੰ ਅਸੀਂ ਗੈਸ ਦੇ ਤੌਰ ਤੇ ਵਰਤਦੇ ਹਾਂ, LPG ਜੀ। LPG ਸਟੋਰੇਜ ਯੂਨਿਟ ਦੇ ਵਿੱਚ ਇੱਕ ਟਾਈਮ ਤੇ ਕਨਵੇਅਰ ਦੇ ਉੱਪਰ 4 ਲੱਖ ਸਿਲੰਡਰ ਸਟੋਰਡ ਰਹਿੰਦਾ ਹੈ। ਤੁਸੀਂ ਸੋਚ ਸਕਦੇ ਹੋ 4 ਲੱਖ ਸਿਲੰਡਰ ਇੱਕ ਟਾਈਮ ਤੇ ਸਟੋਰਡ ਰਹਿੰਦਾ ਹੈ। ਔਰ ਮੁੱਖ ਤੌਰ ਤੇ ਹਰ ਵਸਨੀਕ ਨੇ ਮੈਨੂੰ ਇੱਕੋ ਗੱਲ ਬੋਲੀ ਕਿ ਜੀ ਸਾਡੀ ਤੇ ਕਮਰਾਂ ਤੇ ਸਰਕਾਰ ਨੇ ਬੰਬ ਬੰਨ੍ਹਤੇ। ਪਾਣੀ ਨੂੰ, ਮਵੇਸ਼ੀਆਂ ਨੂੰ, ਫਸਲਾਂ ਨੂੰ, ਸਾਡੀ ਫੂਡ ਚੇਨ ਨੂੰ, ਸਭ ਨੂੰ ਪ੍ਰਭਾਵਿਤ ਕਰਦਾ, ਸਭ 'ਚ ਦਿਖਦਾ। ਸੋ ਕਹਿੰਦੇ ਕਿ ਜੀ ਸਾਨੂੰ ਲੋਕਾਂ ਨੇ ਕੁੜੀਆਂ ਦੇਣੀਆਂ ਬੰਦ ਕਰਤੀਆਂ ਨਾ ਪਿੰਡਾਂ ਵਾਲਿਆਂ ਨੂੰ, ਔਰ ਇਸ ਪਿੰਡ ਦੀਆਂ ਕੁੜੀਆਂ ਲੈਣੀਆਂ ਬੰਦ ਕਰਤੀਆਂ ਕਿਉਂਕਿ ਬਿਮਾਰੀ ਦੇ ਕਾਰਨ। ਅਕਸਰ ਦੇਖਿਆ ਗਿਆ ਕਿ ਲੋਕੀ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਜ਼ਮੀਨ ਕਦੋਂ ਐਕਵਾਇਰ ਹੋ ਗਈ, ਸਾਡੇ ਤਾਂ ਕਬਜ਼ਾ ਲੈਣ ਵਾਸਤੇ ਆ ਗਏ। ਇਹ ਸਟੱਡੀ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ। ਇਹ ਭੂਮੀ ਇਸ ਪਰਪਸ ਦੇ ਲਈ ਐਕਵਾਇਰ ਕੀਤੇ ਜਾਣ ਦੀ ਮਨਸ਼ਾ ਹੈ ਔਰ ਇਹ ਸਭ ਅਖਬਾਰਾਂ ਦੇ ਵਿੱਚ ਆਉਂਦਾ ਹੈ। ਅੱਜ ਅਸੀਂ ਤੁਹਾਡੇ ਨਾਲ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਇੱਕ ਇੰਨਾ ਗੰਭੀਰ ਤੇ ਚਿੰਤਾ ਵਾਲਾ ਵਿਸ਼ਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਤਕਰੀਬਨ ਸਾਡੇ ਪੂਰੇ ਭਾਰਤ ਵਿੱਚ ਹੀ ਸੜਕਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਔਰ ਉਸ ਨੂੰ ਭਾਰਤਮਾਲਾ ਨਾਂ ਦੇ ਪ੍ਰੋਜੈਕਟ ਨਾਲ ਅਸੀਂ ਜਿਹੜਾ ਉਹ ਜਾਣਦੇ ਹਾਂ। ਇਹਦੀ ਵਿਸਥਾਰ 'ਚ ਤੇ ਮੈਂ ਨਹੀਂ ਜਾਵਾਂਗਾ ਕਿਉਂਕਿ ਤੁਸੀਂ ਬਹੁਤ ਸਾਰੇ ਲੋਕ ਜਾਣਦੇ ਹੋਵੋਗੇ ਸਾਡੇ ਇਲਾਕਿਆਂ ਦੇ ਵਿੱਚੋਂ, ਪੰਜਾਬ ਦੇ ਵਿੱਚੋਂ, ਜਿਵੇਂ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਸੜਕਾਂ ਨਿਕਲਦੀਆਂ ਪਈਆਂ ਨੇ। ਦਿੱਲੀ ਕਟੜਾ ਆ ਰਹੀ ਹੈ, ਉੱਧਰੋਂ ਇੱਕ ਰਾਜਸਥਾਨ ਵੱਲੋਂ ਆ ਰਹੀ ਨੇ ਅੰਮ੍ਰਿਤਸਰ ਤੱਕ, ਹੋਰ ਵੀ ਬਹੁਤ ਸਾਰੀਆਂ ਬਣ ਰਹੀਆਂ ਨੇ। ਮੋਹਾਲੀ ਏਅਰਪੋਰਟ ਤੋਂ ਸਿੱਧੀ ਬਰਨਾਲੇ ਨੂੰ ਸੜਕ ਜਿਹੜੀ ਲੱਗਣ ਜਾ ਰਹੀ ਹੈ। ਸੋ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਸੜਕਾਂ ਬਣੀਆਂ, ਉੱਥੇ ਉਹਨਾਂ ਨੂੰ ਅਪਰੋਚ ਦੇਣ ਵਾਸਤੇ ਬਹੁਤ ਸਾਰੀਆਂ ਸੜਕਾਂ ਬਣੀਆਂ ਨੇ। ਕੋਰੀਡੋਰਸ ਨਵੀਂ ਕਿਸਮ ਦੇ ਬਣ ਰਹੇ, ਸ਼ਬਦ ਨਵੇਂ ਸਾਡੇ ਕੋਲੇ ਆ ਰਹੇ ਨੇ। ਲੇਕਿਨ ਜਿਹੜੀ ਖਾਸ ਗੱਲ ਇਹ ਹੈ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਜਿੱਥੇ ਵੀ ਸੜਕਾਂ ਦੇ ਲਈ ਜ਼ਮੀਨ ਐਕਵਾਇਰ ਹੋ ਰਹੀ ਹੈ ਉੱਥੇ ਕਿਸਾਨ ਲਗਾਤਾਰ ਜਿਹੜਾ ਉਹ ਇਹਦਾ ਰੋਸ ਕਰਦੇ ਆ ਰਹੇ ਨੇ, ਵਿਰੋਧ ਕਰਦੇ ਆ ਰਹੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ, ਜੇ ਦੇਣੀ ਆ ਤੇ ਉਹਨਾਂ ਨੇ ਕਿਸ ਭਾਅ ਤੇ ਦੇਣੀ ਆ। ਸੋ ਇਸ ਕਿਸਮ ਦੇ ਆਪਾਂ ਦੇਖਿਆ
ਇਹ ਗੱਲ ਕਿਸਾਨ ਅੰਦੋਲਨ ਦੇ ਵਿੱਚ ਵੀ ਉੱਭਰ ਕੇ ਸਾਹਮਣੇ ਆਈ ਹੈ। ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਗੁਰਦਾਸਪੁਰ ਦੇ ਵਿੱਚ ਇੱਕ ਚੱਲਦੀ ਪਈ ਹੈ, ਬਰਨਾਲੇ 'ਚ ਬੜਾ ਲੰਮਾ ਸਮਾਂ ਸਾਡੇ ਪਾਤੜਾਂ ਦੇ ਕੋਲੇ ਇਹ ਘਟਨਾ ਜਿਹੜੀ ਹੈ ਵਾਪਰੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਬਠਿੰਡੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਣੀ ਹੈ, ਉਦੋਂ ਵੀ ਬਹੁਤ ਵੱਡੇ ਇਸ ਤਰ੍ਹਾਂ ਦੇ ਅਸੀਂ ਰੋਸ ਪ੍ਰਦਰਸ਼ਨ ਵੇਖੇ। ਇਹਦੇ ਲਈ ਸਰਕਾਰ ਜਦੋਂ ਜ਼ਮੀਨਾਂ ਅਕਵਾਇਰ ਕਰਦੀ ਹੈ ਤਾਂ ਕਾਨੂੰਨੀ ਤੌਰ ਤੇ ਕੰਮ ਕੀਤਾ ਜਾਂਦਾ। ਉਸ ਕਾਨੂੰਨੀ ਤੌਰ ਦੇ ਵਿੱਚ ਇੱਕ ਜਿਹੜੀ ਗੱਲ ਤੇ ਅੱਜ ਅਸੀਂ ਗੱਲ ਕਰਨੀ ਆ ਉਹ ਇਹ ਹੈ ਕਿ ਜਦੋਂ ਸਰਕਾਰਾਂ ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟ ਬਣਾਉਂਦੀਆਂ ਨੇ ਸਰਕਾਰੀ ਤੌਰ ਤੇ, ਤਾਂ ਉੱਥੇ ਦੇ ਜਿਹੜੇ ਲੋਕ ਹੈ ਜ਼ਮੀਨਾਂ ਵਾਲੇ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਕੋਈ ਫੈਕਟਰੀ ਵਾਲਾ ਹੈ, ਕਿਸੇ ਦੀ ਦੁਕਾਨ ਹੈ, ਕਿਸੇ ਦਾ ਘਰ ਹੈ, ਕੁਝ ਵੀ ਹੈ, ਉਹਨਾਂ ਲੋਕਾਂ ਨੂੰ ਜਦੋਂ ਉਜਾੜ ਦਿੱਤਾ ਜਾਏਗਾ ਤਾਂ ਉਹ ਕੀ ਅਸਰ ਹੋਏਗਾ, ਕਿਸ ਹਿਸਾਬ ਨਾਲ ਉੱਥੇ ਪੈਸਾ ਵੰਡਿਆ ਜਾਣਾ ਹੈ, ਕਿਸ ਹਿਸਾਬ ਨਾਲ ਕੰਪਨਸੇਸ਼ਨ ਦੇਣੀ ਹੈ। ਇਹ ਬਹੁਤ ਸਾਰੀਆਂ ਗੱਲਾਂ ਨੇ, ਜੇ ਅਸੀਂ ਵਿਸਥਾਰ 'ਚ ਜਾਈਏ ਤੇ 2-4 ਘੰਟੇ ਗੱਲ ਕਰ ਸਕਦੇ ਹਾਂ, ਪਰ ਅਸੀਂ ਬੜੇ ਇੱਕ ਲਿਮਟਿਡ ਸਮੇਂ ਦੇ ਵਿੱਚ ਗੱਲ ਕਰਾਂਗੇ ਕਿ ਇਹ ਸਰਕਾਰ ਦਾ ਜਿਹੜਾ ਕਾਨੂੰਨ ਹੈ, ਬੜਾ ਵੱਡਾ ਕਾਨੂੰਨ ਹੈ, ਉਹਦਾ ਨਾਮ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ। ਉਹ ਕਾਨੂੰਨ ਹੈਗਾ ਦ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਐਕੁਜੀਸ਼ਨ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013। ਇਹਦੇ ਅੰਡਰ ਬਹੁਤ ਕੁਝ ਜਿਹੜਾ ਉਹ ਹੁੰਦਾ ਹੈ, ਜਨਵਰੀ 2014 ਤੋਂ ਲਾਗੂ ਹੋਇਆ ਸੀਗਾ। ਸੋ ਇਹਦੇ ਵਿੱਚ ਜਿਹੜਾ ਪਹਿਲਾ ਚੈਪਟਰ ਹੈ ਉਹ ਕਾਨੂੰਨ ਦੀਆਂ ਗੱਲਾਂ ਕਰਦਾ ਹੈ, ਕਿਹੜਾ ਕੀ ਨਾਂ ਲਿਆ ਜਾਊਗਾ, ਕਿਹੜੀ ਪ੍ਰੋਵੀਜ਼ਨ ਹੋਏਗੀ। ਪਰ ਜਿਹੜਾ ਦੂਸਰਾ ਚੈਪਟਰ ਹੈ ਉਹ ਸੋਸ਼ਲ ਇੰਪੈਕਟ ਅਸੈਸਮੈਂਟ ਦਾ, ਭਾਵ ਕਿ ਜਦੋਂ ਵੀ ਸਰਕਾਰ ਨੇ ਕੋਈ ਪ੍ਰੋਜੈਕਟ ਲੈਣਾ, ਸਭ ਤੋਂ ਪਹਿਲਾਂ ਉੱਥੇ ਇਹ ਸੋਸ਼ਲ ਅਸੈਸਮੈਂਟ, ਭਾਵ ਕਿ ਸਮਾਜਿਕ ਤੌਰ ਤੇ ਕੀ ਅਸਰ ਪਏਗਾ ਉਸ ਪ੍ਰੋਜੈਕਟ ਦਾ, ਸਭ ਤੋਂ ਪਹਿਲਾਂ ਇਹ ਉੱਥੇ ਸਰਵੇ ਹੋਣਾ ਹੈ। ਔਰ ਉਸ ਸਰਵੇ ਦੀ ਕੀ ਇੰਪੋਰਟੈਂਸ ਹੈ, ਕੀ ਉਸ ਇੰਪੋਰਟੈਂਸ ਨੂੰ ਸਰਕਾਰ ਸਮਝਦੀ ਹੈ, ਲੋਕਾਂ ਨੂੰ ਉਹਦਾ ਪਤਾ ਲੱਗਦਾ ਹੈ, ਲੋਕ ਕੀ ਓਬਜੈਕਸ਼ਨ ਕਰ ਸਕਦੇ ਆ ਜੇ ਉਹ ਸੋਸ਼ਲ ਇੰਪੈਕਟ ਸਹੀ ਢੰਗ ਨਾਲ ਨਹੀਂ ਹੁੰਦੀ। ਇਸ ਬਾਰੇ ਗੱਲਬਾਤ ਕਰਨ ਲਈ ਅਸੀਂ ਡਾਕਟਰ ਗੌਤਮ ਸੂਦ ਹੋਣਾ ਨੂੰ ਸੱਦਾ ਦਿੱਤਾ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੋਸ਼ੀਓਲੋਜੀ ਵਿਭਾਗ ਦੇ ਵਿੱਚ ਪੜ੍ਹਾਉਂਦੇ ਨੇ। ਲੇਕਿਨ ਇਸ ਦੇ ਨਾਲ ਜਿਹੜੀ ਸਟੇਟ ਸੋਸ਼ਲ ਇੰਪੈਕਟ ਅਸੈਸਮੈਂਟ ਅਥਾਰਟੀ ਬਣੀ ਹੋਈ ਆ ਇਸ ਕਾਨੂੰਨ ਦੇ ਤਹਿਤ, ਉਹਦੇ ਉਹ ਹੈੱਡ ਨੇ ਤੇ ਨਾਲ ਦੀ ਨਾਲ ਡਿਸਟ੍ਰਿਕਟ ਜੁਵੇਨਾਈਲ ਬੋਰਡ ਦੇ ਵਿੱਚ ਵੀ ਉਹ ਮੈਂਬਰ ਨੇ। ਸੋ ਸੂਦ ਸਾਹਿਬ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਸਾਡੇ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਵੜੈਚ ਸਾਹਿਬ। ਸਾਰੇ ਸਰੋਤਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਬਹੁਤੀ ਦੇਰ ਨਹੀਂ ਆਪਣੀ ਗੱਲ ਕਰਾਂਗਾ, ਸ਼ੁਰੂ 'ਚ ਕਰ ਲਈ ਹੈ, ਜ਼ਿਆਦਾ ਅਸੀਂ ਸੂਦ ਸਾਹਿਬ ਤੋਂ ਸੁਣਾਂਗੇ। ਸੂਦ ਸਾਹਿਬ, ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਕਿ ਸਾਡੇ ਦਰਸ਼ਕ ਜਾਣਦੇ ਆ ਕਿ ਕਿੰਨਾ ਜਿਹੜਾ ਉਹ ਵਿਰੋਧ ਹੋ ਰਿਹਾ ਸੜਕਾਂ ਕੱਢਣ ਦਾ, ਹਾਲਾਂਕਿ ਸੱਚਾਈ ਇਹ ਹੈ ਕਿ ਵਿਕਾਸ ਨੂੰ ਰੋਕਿਆ ਨਹੀਂ ਜਾ ਸਕਦਾ ਸਮੇਂ ਦੇ ਨਾਲ, ਤੁਸੀਂ ਜੋ ਕੁਝ ਮਰਜ਼ੀ ਕਰ ਲਓ। ਔਰ ਜਦੋਂ ਵਿਕਾਸ ਹੁੰਦਾ ਹੈ ਨਾ, ਉਹਦੇ ਨਾਲ ਕਿਤੇ ਨਾ ਕਿਤੇ ਵਿਨਾਸ਼ ਵੀ ਹੁੰਦਾ ਹੈ। ਉਸ ਵਿਨਾਸ਼ ਤੋਂ ਬਚਣ ਲਈ, ਭਵਿੱਖ ਵਿੱਚ ਉਹਦਾ ਕੋਈ ਅਸਰ ਨਾ ਹੋਵੇ ਜਿਹੜੇ ਲੋਕਾਂ ਤੇ, ਉਹ ਹੈਗੀ ਆ ਸੋਸ਼ਲ ਇੰਪੈਕਟ ਸਟੱਡੀ। ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਡਾਕਟਰ ਸਾਹਿਬ, ਇਸ ਕਾਨੂੰਨ ਦੇ ਤਹਿਤ ਇਹ ਜਿਹੜਾ ਚੈਪਟਰ 2 ਹੈ, ਇਹਦੀ ਕੀ ਮਹੱਤਤਾ ਹੈ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਹੁੰਦੀਆਂ ਨੇ, ਲੋਕਾਂ ਦੀ ਜ਼ਿੰਦਗੀ ਤੇ ਅਸਰ ਜਿਹੜਾ ਪਾਉਂਦੀਆਂ ਨੇ। ਵੜੈਚ ਸਾਹਿਬ ਤੇ ਬਾਕੀ ਸਰੋਤਿਆਂ ਦੀ ਜਾਣਕਾਰੀ ਲਈ, ਇਸ ਤੋਂ ਪਹਿਲਾਂ ਕਿ ਮੈਂ ਇਸ ਜ਼ਮੀਨ ਗ੍ਰਹਿਣ ਵਿੱਚ ਨਿਰਪੱਖ ਮੁਆਵਜ਼ੇ ਅਤੇ ਪਾਰਦਰਸ਼ਤਾ ਦੇ ਅਧਿਕਾਰ, ਮੁੜ ਵਸੇਬੇ ਅਤੇ ਪੁਨਰਵਾਸ ਐਕਟ 2013 ਬਾਰੇ ਗੱਲ ਕਰਾਂ, ਮੈਂ ਆਪ ਜੀ ਨੂੰ ਇਸ ਦੀ ਪਿਛੋਕੜ ਦੇ ਨਾਲ ਥੋੜਾ ਜਿਹਾ ਜਾਣੂ ਕਰਾਉਣਾ ਚਾਹੂੰਗਾ। ਵਿਸ਼ਵ ਯੁੱਧ ਦਵਿਤੀਏ ਉਪਰੰਤ ਪੂਰੇ ਵਿਸ਼ਵ ਵਿੱਚ ਇੱਕ ਨਵਾਂ ਅਦਾਰਾ ਉੱਭਰ ਕੇ ਸਾਹਮਣੇ ਆਇਆ, ਜਿਸ ਅਦਾਰੇ ਨੂੰ ਅਸੀਂ ਉਦਯੋਗਿਕ ਅਦਾਰਾ ਆਖਦੇ ਹਾਂ, ਜਿਸ ਦੀ ਉਤਪਤੀ ਦੇ ਨਾਲ ਬਹੁਤ ਸਾਰੇ ਸ਼ਹਿਰ ਵਸੇ, ਸ਼ਹਿਰੀਕਰਨ ਹੋਇਆ। ਇਹ ਸਾਰਾ ਅਦਾਰਾ ਬਹੁਤ ਸਾਰੇ ਇਨਫਰਾਸਟ੍ਰਕਚਰ, ਬੁਨਿਆਦੀ ਢਾਂਚੇ ਦੀ ਉਸਾਰੀ ਦੇ ਉੱਪਰ ਆਧਾਰਿਤ ਸੀ। ਇਸ ਅਦਾਰੇ ਦੇ ਵਿਸਤਾਰ ਵਿੱਚ ਵਿਸ਼ਵੀਕਰਨ ਦੀ ਪ੍ਰਕਿਰਿਆ ਨੇ ਬਹੁਤ ਬੜਾ ਯੋਗਦਾਨ ਦਿੱਤਾ। ਸੋ ਜਿੱਥੇ ਜਿੱਥੇ ਵਿਨਾਸ਼ ਆਇਆ, ਜਿੱਥੇ ਜਿੱਥੇ ਵਿਕਾਸ ਆਇਆ, ਉਸ ਦੇ ਨਾਲ ਵਿਨਾਸ਼ ਵੀ ਆਇਆ। ਇਸ ਵਿਨਾਸ਼ ਦੇ ਨਾਲ ਬਹੁਤ ਸਾਰੇ ਸਮੁਦਾਇ, ਬਹੁਤ ਸਾਰੀ ਪ੍ਰਕਿਰਤੀ, ਬਹੁਤ ਸਾਰੇ ਅਦਾਰਿਆਂ ਦਾ ਉਜਾੜਾ ਹੋਇਆ, ਜਿਸ ਪ੍ਰਤੀ ਇਸ ਵਿਕਾਸ ਅਦਾਰੇ ਦਾ ਕੋਈ ਧਿਆਨ ਨਹੀਂ ਸੀ। ਸੋ ਇਸ ਪ੍ਰਤੀ ਧਿਆਨ ਉਜਾਗਰ ਕਰਨ ਲਈ ਅਮਰੀਕਾ ਵਿੱਚ ਪਹਿਲੀ ਪਹਿਲ ਹੋਈ 1969 ਦੇ ਵਿੱਚ। ਇੱਕ ਐਕਟ ਲਾਗੂ ਕੀਤਾ ਗਿਆ, ਨੈਸ਼ਨਲ এনवायरमेंटल ਪ੍ਰੋਟੈਕਸ਼ਨ ਐਕਟ, ਜਿਸ ਵਿੱਚ ਸਭ ਤੋਂ ਪਹਿਲਾਂ ਪਰਿਆਵਰਣ ਪ੍ਰਭਾਵ ਮੁਲਾਂਕਣ ਪ੍ਰਕਿਰਿਆ ਸਥਾਪਿਤ ਕੀਤੀ ਗਈ। ਭਾਵ ਕਿਸੇ ਵੀ ਵਿਕਾਸ ਪ੍ਰੋਜੈਕਟ ਦੇ ਪਰਿਆਵਰਣੀ ਉਜਾੜ ਪ੍ਰਤੀ ਜਾਂ ਪਰਿਆਵਰਣ ਨੂੰ ਉਜਾੜਨ ਦੇ ਲਈ ਕੀ ਯੋਗਦਾਨ ਨੇ, ਕਿਸ ਤਰ੍ਹਾਂ ਪਰਿਆਵਰਣ ਨੂੰ ਉਜਾੜਦੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ। ਹਿੰਦੁਸਤਾਨ ਨੇ ਇਸ ਪ੍ਰਬੰਧ ਨੂੰ 1986 ਦੇ ਵਿੱਚ ਅਖਤਿਆਰਿਆ, ਪਰ ਗੱਲ ਹਜੇ ਤੱਕ ਫਿਰ ਸੀਮਤ ਰਹਿ ਗਈ ਸਿਰਫ ਪਰਿਆਵਰਣ ਤੱਕ।
1981 ਦੇ ਵਿੱਚ ਇੱਕ ਸੰਗਠਨ ਬਣਦਾ ਹੈ ਅੰਤਰਰਾਸ਼ਟਰੀ ਸੰਗਠਨ ਪ੍ਰਭਾਵ ਮੁਲਾਂਕਣ ਦੇ ਲਈ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਇੰਪੈਕਟ ਅਸੈਸਮੈਂਟ, ਜਿਸ ਨੇ ਸਭ ਤੋਂ ਪਹਿਲੀ ਵਾਰ ਕੁਝ ਗਾਈਡਲਾਈਨਸ ਰੱਖੀਆਂ ਕਿ ਕਿਸੇ ਵੀ ਵਿਕਾਸ ਪ੍ਰਬੰਧ, ਪਰਿਯੋਜਨਾ ਜਾਂ ਪ੍ਰੋਜੈਕਟ ਦੇ ਲਾਗੂ ਕਰਨ ਤੋਂ ਪਹਿਲਾਂ ਉਸ ਦੇ ਸੰਭਾਵਿਤ ਪ੍ਰਭਾਵ ਇਹਨਾਂ ਦਾ ਮੁਲਾਂਕਣ ਕੀਤਾ ਜਾਣਾ ਲਾਜ਼ਮੀ ਹੈ। ਇਹਨਾਂ ਪ੍ਰਭਾਵਾਂ ਦੇ ਵਿੱਚ ਬਹੁਤ ਸਾਰੇ ਐਸੇ ਅਨੁਮਾਨਿਤ ਪ੍ਰਭਾਵ ਨੇ ਜੋ ਪਾਲਿਸੀ ਬਣਾਉਣ ਵੇਲੇ ਵਿਚਾਰੇ ਜਾਂਦੇ ਨੇ, ਪਰ ਬਹੁਤ ਸਾਰੇ ਐਸੇ ਪ੍ਰਭਾਵ ਨੇ ਜੋ ਅਨੁਮਾਨਿਤ ਹਨ, ਜੋ ਵਿਚਾਰ ਅਧੀਨ ਨਹੀਂ ਆਉਂਦੇ ਹਨ ਜਾਂ ਜੋ ਪ੍ਰੋਜੈਕਟ ਦੇ ਲਾਗੂ ਹੋਣ ਤੋਂ ਬਾਅਦ ਉੱਭਰਦੇ ਹਨ, ਉਤਪੰਨ ਹੁੰਦੇ ਹਨ। ਪਤਾ ਹੀ ਨਹੀਂ ਹੁੰਦਾ ਕਿ ਇਹੋ ਜਿਹੇ ਪ੍ਰਭਾਵ ਜਿਹੜੇ ਆ ਪੈਣੇ ਆ, ਸ਼ਾਇਦ ਹੋ ਸਕਦਾ ਅਸੈਸਮੈਂਟ 'ਚ ਵੀ ਨਾ ਆਉਂਦੇ, ਸ਼ਾਇਦ ਅਸੈਸਮੈਂਟ 'ਚ ਵੀ ਕਈ ਵਾਰ ਨਾ। ਸੋ ਇਸੇ ਰੀਜ਼ਨ ਕਰਕੇ ਸੋਸ਼ਲ ਇੰਪੈਕਟ ਅਸੈਸਮੈਂਟ ਜਾਂ ਜਿਸ ਨੂੰ ਅਸੀਂ ਸਮਾਜਿਕ ਪ੍ਰਭਾਵ ਮੁਲਾਂਕਣ ਪ੍ਰਬੰਧ ਆਖਦੇ ਹਾਂ, ਉਸ ਦੀ ਉਲੀਕਣਾ ਕੀਤੀ ਗਈ। ਸੋ ਇਹਦੇ ਤਹਿਤ ਕੀ ਸੀਗਾ ਕਿ ਜੀ ਕਿਸੇ ਵੀ ਪ੍ਰੋਜੈਕਟ ਦੇ ਸਮਾਜਿਕ, ਨਾ ਹੀ ਸਿਰਫ ਪਰਿਆਵਰਨਿਕ ਬਲਕਿ ਸਮਾਜਿਕ ਪ੍ਰਭਾਵਾਂ ਦਾ ਵੀ ਮੁਲਾਂਕਣ ਕੀਤਾ ਜਾਵੇ। ਇੱਕ ਵਿਗਿਆਨਿਕ ਵਿਧੀ ਉਸਾਰੀ ਗਈ ਜਿਸ ਦੇ ਤਹਿਤ ਸਟੇਕ ਹੋਲਡਰ, ਸਭ ਤੋਂ ਪਹਿਲਾਂ ਜਿਹੜੇ ਪ੍ਰਭਾਵਿਤ ਲੋਕ ਨੇ ਔਰ ਪ੍ਰਭਾਵਿਤ ਖੇਤਰ ਹੈ, ਉਸ ਨੂੰ ਜਾਣਨਾ ਲਾਜ਼ਮੀ ਹੈ। ਇਸ ਨੂੰ ਅਸੀਂ ਸਟੇਕ ਹੋਲਡਰ ਆਇਡੈਂਟੀਫਿਕੇਸ਼ਨ ਅਤੇ ਏਰੀਆ ਆਇਡੈਂਟੀਫਿਕੇਸ਼ਨ ਦਾ ਨਾਮ ਦਿੰਦੇ ਹਾਂ। ਸੋ ਕੋਈ ਵੀ ਪ੍ਰੋਜੈਕਟ ਦੇ ਨਾਲ ਪ੍ਰਭਾਵਿਤ ਖੇਤਰ ਨੂੰ ਅਸੀਂ ਕਹਿੰਦੇ ਹਾਂ ਪ੍ਰੋਜੈਕਟ ਅਫੈਕਟਡ ਏਰੀਆ, ਔਰ ਕਿਸੇ ਵੀ ਜਨਸੰਖਿਆ ਨੂੰ ਅਸੀਂ ਕਹਿੰਦੇ ਹਾਂ ਪ੍ਰੋਜੈਕਟ ਅਫੈਕਟਡ ਪੋਪੂਲੇਸ਼ਨ। ਸੋ ਇਹ ਹਜੇ ਤੱਕ ਕਾਗਜ਼ਾਂ ਵਿੱਚ ਹੀ ਸੀ, ਲੇਕਿਨ ਇਸ ਐਕਟ ਦੇ 2013 ਦੇ ਐਕਟ ਦੇ ਆਉਣ ਤੋਂ ਬਾਅਦ ਇਸ ਨੂੰ ਸੰਸਥਾਪਕ ਰੂਪ ਦੇ ਵਿੱਚ ਭਾਰਤ ਸਰਕਾਰ ਨੇ ਅਪਣਾਇਆ। ਹਾਲਾਂਕਿ ਇਸ ਦੀ ਇੱਕ ਸੀਮਾ ਹੈ ਕਿ ਇਸ ਨੂੰ ਸਿਰਫ ਭੂਮੀ ਗ੍ਰਹਿਣ ਵਾਸਤੇ ਹੀ ਅਪਣਾਇਆ ਗਿਆ ਹੈ, ਪਰ ਇਹ ਸੋਸ਼ਲ ਇੰਪੈਕਟ ਦੇ ਲਈ, ਸੋਸ਼ਲ ਇੰਪੈਕਟ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਹੈ ਜੋ ਭਾਰਤ ਵਿੱਚ ਹੋਈ ਹੈ ਜੀ। ਸੋ ਹੁਣ ਅਸੀਂ ਗੱਲ ਕਰਦੇ ਹਾਂ ਜੀ, ਜਿਹੜਾ ਤੁਸੀਂ ਸਾਨੂੰ ਪੁੱਛਿਆ ਮਹੱਤਤਾ ਇਸ ਐਕਟ ਦੀ। ਇਸ ਐਕਟ ਦੀ ਮਹੱਤਤਾ ਔਰ ਖਾਸ ਕਰ ਇਹਦੇ ਸੈਕਸ਼ਨ 20 ਦੀ ਮਹੱਤਤਾ, ਸੈਕਸ਼ਨ 2 ਦੀ ਮਹੱਤਤਾ ਜੋ ਹੈ ਕਿ ਇਹ ਸੋਸ਼ਲ ਇੰਪੈਕਟ ਪ੍ਰਬੰਧ ਨੂੰ ਜ਼ਮੀਨ ਐਕਵਾਇਰ ਹੋਣ ਤੋਂ ਪਹਿਲਾਂ ਲਾਗੂ ਕਰਨ ਦੀ ਗੱਲ ਕਰਦੀ ਹੈ। 4 ਮੁੱਖ ਪ੍ਰਬੰਧ ਨੇ ਜੀ ਜੋ ਅਸੀਂ ਇਸ ਦੇ ਵਿੱਚ ਵਿਚਾਰਨੇ ਹੁੰਦੇ ਹਨ। ਸਭ ਤੋਂ ਪਹਿਲਾਂ ਜ਼ਮੀਨ ਕਿਸੇ ਪਬਲਿਕ ਪਰਪਸ ਲਈ ਹੈ, ਭਾਵ ਉਹ ਕਿਸੇ ਜਨ ਸਹੂਲਤ ਦੇ ਲਈ ਗ੍ਰਹਿਣ ਕੀਤੀ ਜਾਣੀ ਹੈ। ਦੂਸਰਾ, ਕਿ ਇਹ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਬੇਅਰ ਮਿਨੀਮਮ ਜਾਂ ਸਭ ਤੋਂ ਘੱਟ ਹੈ। ਤੀਸਰਾ, ਕਿ ਇਸ ਜ਼ਮੀਨ ਦਾ ਕੋਈ ਹੋਰ ਵਿਕਲਪ ਹੈ। ਚੌਥਾ, ਜੇ ਜ਼ਮੀਨ ਦਾ ਕੋਈ ਵਿਕਲਪ ਨਹੀਂ ਹੈ, ਇਹ ਬੇਅਰ ਮਿਨੀਮਮ ਹੈ, ਇਹਨੂੰ ਲਾਗੂ ਕੀਤਾ ਜਾਣਾ, ਇਹਨੂੰ ਅਕਵਾਇਰ ਕੀਤਾ ਜਾਣਾ ਲਾਜ਼ਮੀ ਹੈ ਪਬਲਿਕ ਪਰਪਸ ਦੇ ਲਈ। ਫਿਰ ਇਸ ਦੇ ਨਾਲ ਹੋਣ ਵਾਲੇ ਉਜਾੜ ਦੀ ਗਣਨਾ ਕੀਤੀ ਜਾਵੇ ਤਾਂ ਜੋ ਅਜਿਹਾ ਪ੍ਰਬੰਧ ਬਣਾਇਆ ਜਾ ਸਕੇ ਕਿ ਇਸ ਗਣਨਾ ਤੋਂ ਨਕਾਰਾਤਮਕ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ ਔਰ ਸਕਾਰਾਤਮਕ ਪ੍ਰਭਾਵਾਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ। ਸੋ ਇਹ ਮਹੱਤਤਾ ਬਹੁਤ ਹੈ ਜੀ, ਕਿਉਂਕਿ ਇਸ ਦੇ ਤਹਿਤ ਹੀ ਅਸੀਂ ਹੋਣ ਵਾਲੇ ਉਜਾੜ ਨੂੰ ਘਟਾ ਸਕਦੇ ਹਾਂ। ਸਟੇਕ ਹੋਲਡਰ ਭਾਵ ਚਾਹੇ ਉਹ ਕਿਸਾਨ ਹਨ, ਭਾਵੇਂ ਜ਼ਮੀਨ ਦੇ ਮਾਲਕ ਹਨ, ਭਾਵੇਂ ਜ਼ਮੀਨ ਤੇ ਡਿਪੈਂਡੈਂਟ ਲੋਕ ਹਨ, ਕਿਸੇ ਵੀ ਤਰੀਕੇ ਨਾਲ ਜ਼ਮੀਨ ਦੇ ਨਾਲ ਜੁੜੇ ਹੋਏ ਆ, ਉਸ ਤੋਂ ਪ੍ਰਭਾਵਿਤ ਹੋਣ ਵਾਲੇ ਤਬਕੇ ਹਨ, ਉਹਨਾਂ ਸਭਨਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ। ਡਾਕਟਰ ਸਾਹਿਬ, ਕੀ ਇਹ ਜਿਹੜਾ ਸੋਸ਼ਲ ਇੰਪੈਕਟ ਸਟੱਡੀ ਹੁੰਦੀ ਹੈ, ਇਹਦਾ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਹੁੰਦਾ ਜ਼ਮੀਨ ਦਾ, ਜਾਂ ਲੋਕਾਂ ਨੂੰ ਖੇਤੀ ਵਾਲੀ ਜ਼ਮੀਨ ਹੋਵੇ, ਚਾਹੇ ਉਹਨਾਂ ਦੇ ਘਰ ਹੋਣ ਜਾਂ ਉੱਥੇ ਕੋਈ ਸੰਸਥਾ ਬਣੀ ਹੋਵੇ, ਉਹਦੇ ਤੇ ਵੀ ਅਸਰ ਪੈਂਦਾ ਇਹਦਾ? ਵੜੈਚ ਸਾਹਿਬ, ਉਹਦੇ ਚਾਹੀਦਾ ਕਿ ਇਸ ਐਕਟ ਦਾ ਸੈਕਸ਼ਨ 26 ਗੱਲ ਕਰਦਾ ਹੈ ਜ਼ਮੀਨ ਦੀ ਮੁੱਲ ਨੂੰ ਨਿਰਧਾਰਿਤ ਕਰਨ ਦੇ ਲਈ, ਕੰਪਨਸੇਸ਼ਨ ਜਿਹੜੀ ਹੈ, ਔਰ ਸੈਕਸ਼ਨ 27 ਗੱਲ ਕਰਦਾ ਹੈ ਕੰਪਨਸੇਸ਼ਨ ਦੀ। ਮੁੱਲ ਨਿਰਧਾਰਨਾ ਅਤੇ ਕੰਪਨਸੇਸ਼ਨ ਦੋਨੋਂ ਹੀ ਜ਼ਿਲ੍ਹਾ ਕਲੈਕਟਰ ਦੇ ਅਧੀਨ ਹਨ। ਡੀਸੀ ਕਰਦਾ ਹੈ, ਡਿਪਟੀ ਕਮਿਸ਼ਨਰ ਜਾਂ ਕਲੈਕਟਰ, ਡਿਸਟ੍ਰਿਕਟ ਕਲੈਕਟਰ ਇਸ ਦੀ ਨਿਰਧਾਰਨਾ ਕਰਦਾ ਹੈ। ਉਹਦੇ ਲਈ ਵੀ ਐਕਟ ਮਾਪਦੰਡ ਦਿੰਦਾ ਹੈ। ਮੈਂ ਇੰਪੈਕਟ ਅਸੈਸਮੈਂਟ ਸਟੱਡੀ ਦੀ ਗੱਲ ਤੁਹਾਡੇ ਨਾਲ ਇਸ ਸੈਕਸ਼ਨ ਦੀ ਜਾਣਕਾਰੀ ਤੋਂ ਬਾਅਦ ਕਰਦਾ ਹਾਂ। ਸੋ ਇਸ ਸੈਕਸ਼ਨ ਤਹਿਤ ਕਲੈਕਟਰ ਕਿਸੇ ਵੀ ਜ਼ਮੀਨ ਦਾ ਮੁੱਲ ਨਿਰਧਾਰਿਤ ਕਰਦਾ ਹੈ। ਪਿਛਲੇ 3 ਸਾਲਾਂ ਦੀਆਂ ਹੋਈਆਂ ਸੇਲ ਡੀਡਸ ਨੂੰ, ਜਾਂ ਜਿਨ੍ਹਾਂ ਨੂੰ ਅਸੀਂ ਇਕਰਾਰਨਾਮੇ ਕਹਿੰਦੇ ਹਾਂ, ਜ਼ਮੀਨ ਦੇ ਵਿਕਰੀ ਇਕਰਾਰਨਾਮੇ, ਰਜਿਸਟਰੀਆਂ ਕਹਿੰਦੇ ਹਨ, ਉਹਨਾਂ 3 ਸਾਲਾਂ ਦੀ ਰਜਿਸਟਰੀਆਂ ਹਾਈਐਸਟ ਰੇਟ ਦੀਆਂ ਦੀ ਐਵਰੇਜ ਕੱਢਦਾ ਹੈ। ਉਸ ਦੇ ਆਧਾਰ ਤੇ ਉਹਨਾਂ ਹਾਈਐਸਟ ਰੇਟ ਨੂੰ ਫੈਕਟਰ 1 ਜਾਂ ਫੈਕਟਰ 2, ਦੁੱਗਣਾ ਜਾਂ ਚੌਗੁਣਾ, ਇਸ ਰੇਟ ਤੇ ਜ਼ਮੀਨ ਅਤੇ ਉਸ ਦੀ ਵਰਤੋਂ ਦੇ ਆਧਾਰ ਤੇ ਨਿਰਧਾਰਿਤ ਕਰਦਾ ਹੈ। ਡਾਕਟਰ ਸਾਹਿਬ, ਇਸ ਕਾਨੂੰਨ ਦੇ ਵਿੱਚ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਡੀਸੀ ਰੇਟ ਹੁੰਦਾ ਹੈ ਤੇ ਮਾਰਕੀਟ ਰੇਟ ਦਾ ਬੜਾ ਫਰਕ ਹੁੰਦਾ ਹੈ। ਡੀਸੀ ਰੇਟ ਕਿਤੇ 8 ਲੱਖ ਹੈ, ਪਰ ਮਾਰਕੀਟ ਰੇਟ ਉਸੇ ਹੀ ਏਰੀਏ ਦੇ ਵਿੱਚ 30-35 ਲੱਖ ਹੁੰਦਾ ਹੈ। ਇਸ ਚੀਜ਼ ਨੂੰ ਸਰਕਾਰਾਂ ਨਹੀਂ ਧਿਆਨ ਵਿੱਚ ਰੱਖਦੀਆਂ। ਵੜੈਚ ਸਾਹਿਬ, ਉਹਦੇ ਚਾਹੀਦਾ ਕਿ ਕਿਉਂਕਿ ਜਿਹੜੇ ਡਿਸਪਿਊਟ ਪੈਦਾ ਹੁੰਦੇ ਨੇ ਉਹ ਇਸੇ ਕਰਕੇ ਪੈਦਾ ਹੁੰਦੇ ਆ। ਇਸ ਚੀਜ਼ ਨੂੰ ਐਡਰੈਸ ਕਰਨ ਦੇ ਲਈ ਕਾਨੂੰਨ ਦੇ ਵਿੱਚ ਸੋਲੇਸ਼ੀਅਮ ਨਾਮ ਦੀ ਇੱਕ ਟਰਮ ਹੈ ਕਿ ਸਰਕਾਰ ਦੁਆਰਾ ਨਿਰਧਾਰਿਤ ਰਜਿਸਟਰੀ ਰੇਟਾਂ ਦੇ ਉੱਪਰ
ਭੂਮੀ ਜਿਸ ਤੋਂ ਗ੍ਰਹਿਣ ਕੀਤੀ ਜਾ ਰਹੀ ਹੈ ਉਸ ਨੂੰ ਇੱਕ ਸੋਲੇਸ਼ੀਅਮ ਮਿਲੇਗਾ ਔਰ 100 ਤੋਂ 200% ਹੁੰਦਾ ਹੈ। ਮੈਂ ਤਾਂ ਹੀ ਕਿਹਾ ਫੈਕਟਰ 1 ਜਾਂ ਫੈਕਟਰ 2 ਦੇ ਨਾਲ ਉਹ ਗੁਣਾ ਕੀਤਾ ਜਾਂਦਾ ਹੈ। ਸੋ 26 ਸੈਕਸ਼ਨ 26 ਦੇ ਅੰਡਰ ਜ਼ਮੀਨ ਦਾ ਮੁੱਲ ਨਿਰਧਾਰਿਤ ਕੀਤਾ ਜਾਂਦਾ ਹੈ ਔਰ ਸੈਕਸ਼ਨ 27 ਦੇ ਅੰਡਰ ਕੰਪਨਸੇਸ਼ਨ ਜੋ ਇਸ ਮੁੱਲ ਤੋਂ ਵੱਖਰਾ ਮਿਲਣਾ ਹੈ ਉਹ ਨਿਰਧਾਰਿਤ ਕੀਤਾ ਜਾਂਦਾ ਹੈ। ਔਰ ਐਕਟ ਨੇ ਬਹੁਤ ਸਹੀ ਪ੍ਰਬੰਧਾਂ ਦੇ ਆਧਾਰ ਤੇ ਇਸ ਨੂੰ ਮੁਕਰਰ ਕੀਤਾ ਹੈ ਕਿ ਕੋਈ ਵੀ ਡੀਸੀ ਕੋਈ ਵੀ ਕਲੈਕਟਰ ਇਹਨਾਂ ਰੇਟਾਂ ਨੂੰ ਕਿਸ ਤਰੀਕੇ ਨਾਲ ਮੁਕਰਰ ਜਾਂ ਫਾਈਨਲ ਕਰੇਗਾ। ਡਾਕਟਰ ਸਾਹਿਬ, ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਕਿ ਜਿਹੜੀ ਸੋਸ਼ਲ ਇੰਪੈਕਟ ਸਟੱਡੀ ਹੁੰਦੀ ਹੈ ਇਹਦੇ ਵਿੱਚ ਲੋਕਾਂ ਦਾ ਵੀ ਯੋਗਦਾਨ ਹੈ, ਡੀਸੀ ਦਾ ਵੀ ਯੋਗਦਾਨ ਹੈ, ਸਾਰਾ ਹੈਗਾ। ਅਕਸਰ ਦੇਖਿਆ ਗਿਆ ਕਿ ਲੋਕੀ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਜ਼ਮੀਨ ਕਦੋਂ ਐਕਵਾਇਰ ਹੋਗੀ, ਸਾਡੇ ਤਾਂ ਕਬਜ਼ਾ ਲੈਣ ਵਾਸਤੇ ਆ ਗਏ। ਜਦੋਂ ਕਿ ਇਹ ਗੱਲ ਆਮ ਬੰਦੇ ਨੂੰ ਪਤਾ ਹੁੰਦਾ ਹੈ ਕਿ ਸਰਕਾਰ ਜਦੋਂ ਕੋਈ ਜ਼ਮੀਨ ਐਕਵਾਇਰ ਕਰਦੀ ਹੈ ਤਾਂ ਜਿਹੜੇ ਸਟੇਕ ਹੋਲਡਰ ਦਾ ਜਿਨ੍ਹਾਂ ਦੇ ਉੱਤੇ ਪ੍ਰਭਾਵ ਪੈਣਾ ਲੋਕਾਂ ਦਾ ਉਸ ਪ੍ਰੋਜੈਕਟ ਦਾ, ਉਹਨਾਂ ਤੋਂ ਪੁੱਛਿਆ ਜਾਂਦਾ ਹੈ ਵੀ ਤੁਹਾਡੀ ਕੀ ਸਮੱਸਿਆ ਹੈ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ। ਉਹ ਐਕਟ ਦੇ ਮੈਨੂੰ ਉਹ ਤਾਂ ਨਹੀਂ ਪਤਾ ਕਿ ਧਾਰਾਵਾਂ ਕਿਹੜੀਆਂ ਨੇ, ਪਰ ਕੁਝ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਆਬਜੈਕਸ਼ਨ ਦੇਣੇ ਹੁੰਦੇ ਆ। ਉਹਦੇ ਮੁਤਾਬਕ ਤੁਸੀਂ ਕੀ ਸਮਝਦੇ ਹੋ ਸੋਸ਼ਲ ਇੰਪੈਕਟ ਸਟੱਡੀ ਲਈ ਵੀ ਜਿਹੜੀਆਂ ਕੋਈ ਪੰਚਾਇਤਾਂ ਨੇ ਜਾਂ ਰਸਤੇ ਦੇ ਵਿੱਚ ਨਗਰ ਪੰਚਾਇਤਾਂ ਆਉਂਦੀਆਂ ਨੇ, ਕਾਰਪੋਰੇਸ਼ਨਸ ਆਉਂਦੀਆਂ ਨੇ, ਉਹਨਾਂ ਦੀ ਜੇ ਜ਼ਮੀਨ ਜਾਂਦੀ ਹੈ ਤਾਂ ਲੋਕਾਂ ਤੱਕ ਜਾਣਕਾਰੀ ਦੇਣ ਲਈ ਵੀ ਭਾਈ ਤੁਹਾਡੇ ਇਲਾਕੇ ਦੇ ਵਿੱਚ ਬੱਸ ਸੜਕ ਨਿਕਲਣੀ ਜੇ, ਜਾਂ ਇੱਥੇ ਸਰਕਾਰ ਬਹੁਤ ਵੱਡੀ ਰਿਫਾਈਨਰੀ ਲਾਉਣ ਲੱਗੀ ਹੈ, ਜਾਂ ਹਸਪੀਟਲ ਬਣਨ ਲੱਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ ਤਾਂ ਕਿ ਲੋਕ ਆਪਣੀ ਗੱਲ ਪਹਿਲਾਂ ਹੀ ਦੱਸ ਸਕਣ? ਵੜੈਚ ਸਾਹਿਬ, ਬਿਲਕੁਲ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ। ਇਹ ਐਕਟ 114 ਸੈਕਸ਼ਨਸ ਦਾ ਹੈ, ਧਾਰਾਵਾਂ ਦਾ ਹੈ, ਜਿਸ ਦੇ ਵਿੱਚੋਂ ਚੌਥੀ ਧਾਰਾ ਵਿੱਚ ਹੀ ਬਹੁਤ ਸਹੀ ਤੌਰ ਤੇ ਸਰਕਾਰ ਵੱਲੋਂ ਇਸ ਐਕਟ ਵੱਲੋਂ ਮੁਕਰਰ ਕੀਤਾ ਗਿਆ ਹੈ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ, ਜਿਸ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ ਜੀ। ਇਹ ਸਟੱਡੀ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਕਿ ਇਹ ਭੂਮੀ ਇਸ ਪਰਪਸ ਦੇ ਲਈ ਐਕਵਾਇਰ ਕੀਤੇ ਜਾਣ ਦੀ ਮਨਸ਼ਾ ਹੈ ਔਰ ਇਹ ਸਭ ਅਖਬਾਰਾਂ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਇੰਪੈਕਟ ਅਸੈਸਮੈਂਟ ਅਥਾਰਟੀ ਨੂੰ ਇਸ ਭੂਮੀ ਦੇ ਗ੍ਰਹਿਣ ਦੇ ਲਈ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਕਰਨ ਲਈ ਕਿਹਾ। ਡਾਕਟਰ ਸਾਹਿਬ, ਮੈਂ ਇੱਥੇ ਤੁਹਾਨੂੰ ਰੋਕਦਾ, ਤੁਸੀਂ ਕਿਹਾ ਅਖਬਾਰਾਂ ਚ ਆਉਂਦਾ ਹੈ ਜੀ। ਅਖਬਾਰਾਂ ਬਹੁਤੇ ਲੋਕ ਜਿਹੜੇ ਪਿੰਡਾਂ ਵਾਲੇ ਪੜ੍ਹਦੇ ਨਹੀਂ ਹੈਗੇ ਜੀ। ਕੀ ਸਰਕਾਰ ਦਾ ਫਰਜ਼ ਨਹੀਂ ਹੈਗਾ ਕੋਈ ਜਾਂ ਰੂਲ ਦੇ ਮੁਤਾਬਕ ਕਿ ਉਹਨਾਂ ਤੱਕ ਪਹੁੰਚਾਉਣਾ, ਜਿਵੇਂ ਮੁਨਾਦੀ ਕਰਾਈ ਜਾਂਦੀ ਹੈ ਜਾਂ ਪੰਚਾਇਤ ਨੂੰ ਦੱਸਿਆ ਜਾਂਦਾ ਹੈ? ਜੀ, ਇਸ ਐਕਟ ਦੇ ਤਹਿਤ, ਇਸ ਧਾਰਾ ਦੇ ਤਹਿਤ ਇਸ ਮੁਨਿਆਦੀ ਦਾ ਗ੍ਰਾਮ ਸਭਾਵਾਂ, ਗ੍ਰਾਮ ਪੰਚਾਇਤਾਂ ਜਾਂ ਮਿਊਨਿਸਪੈਲਿਟੀਆਂ ਜੋ ਵੀ ਲਾਗੂ ਹੋਵੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਲਿਖਤ ਰੂਪ ਦੇ ਵਿੱਚ, ਮੌਖਿਕ ਰੂਪ ਦੇ ਵਿੱਚ ਅਤੇ ਜਨਤਕ ਥਾਵਾਂ ਤੇ ਨੋਟਿਸ ਦੇ ਰੂਪ ਵਿੱਚ ਲਾਜ਼ਮੀ ਹੈ, ਜ਼ਰੂਰੀ ਹੈ। ਜ਼ਰੂਰੀ ਹੈ ਜੀ ਜੀ। ਪਹਿਲੀ ਚੀਜ਼ ਜੀ। ਉਸ ਤੋਂ ਬਾਅਦ ਜਦ ਅਸੀਂ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਪਲਾਨ ਕਰਦੇ ਹਾਂ, ਇਸ ਦੀ ਜਾਣਕਾਰੀ ਵੀ ਸੰਬੰਧਿਤ ਗ੍ਰਾਮ ਸਭਾਵਾਂ ਨੂੰ ਅਤੇ ਉਹਨਾਂ ਤੇ ਸਟੇਕ ਹੋਲਡਰਸ ਜੋ ਖਾਸ ਕਰ ਭੂਮੀ ਦੇ ਨਾਲ ਜੁੜੇ ਹੋਏ ਹਨ ਉਹਨਾਂ ਤੱਕ ਪਹੁੰਚਾਈ ਜਾਂਦੀ ਹੈ। ਪਹਿਲੇ ਪਾਇਲਟ ਸਰਵੇ ਤੋਂ ਬਾਅਦ ਜਾਂ ਜ਼ਮੀਨ ਦੇ ਇੱਕ ਮੁਆਇਨੇ ਤੋਂ ਬਾਅਦ ਇੱਕ ਡਰਾਫਟ ਇੰਪੈਕਟ ਅਸੈਸਮੈਂਟ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਜੋ ਇੱਕ ਕੱਚਾ ਖਾਕਾ ਹੈ। ਇਹ ਕੱਚਾ ਖਾਕਾ ਸਰਕਾਰੀ ਅਦਾਰਿਆਂ ਤੱਕ ਔਰ ਪੰਚਾਇਤਾਂ ਤੱਕ ਸੰਬੰਧਿਤ ਪੰਚਾਇਤਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਡਰਾਫਟ ਇੰਪੈਕਟ ਅਸੈਸਮੈਂਟ ਰਿਪੋਰਟ ਨੂੰ ਵਿਚਾਰਨ ਦੇ ਲਈ ਇਸ ਵਿੱਚ ਸ਼ਾਮਿਲ ਸਾਰੇ ਪ੍ਰਬੰਧਾਂ ਨੂੰ, ਜਾਣਕਾਰੀ ਨੂੰ ਲੋਕਾਂ ਨਾਲ ਸਹਿਜਤਾ ਦੇ ਨਾਲ ਇੱਕ ਡਿਸਕਸ ਕਰਨ ਦੇ ਲਈ ਪਬਲਿਕ ਹੀਅਰਿੰਗ ਦਾ ਇੱਕ ਕਨਸੈਪਟ ਹੈ ਜੀ, ਇੱਕ ਪ੍ਰੋਵੀਜ਼ਨ ਹੈ। ਸਰਕਾਰਾਂ ਨੇ ਇਸ ਡਰਾਫਟ ਇੰਪੈਕਟ ਅਸੈਸਮੈਂਟ ਰਿਪੋਰਟ ਦੇ ਪ੍ਰਾਪਤ ਹੁੰਦਿਆਂ ਹੀ ਇੱਕ ਜਨਤਕ ਸੂਚਨਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਜਾਰੀ ਕਰਨੀ ਹੈ। ਉਹ ਜਨਤਕ ਸੂਚਨਾ ਜਾਰੀ ਹੋਣ ਤੋਂ 3 ਹਫ਼ਤੇ ਬਾਅਦ ਇੱਕ ਪਬਲਿਕ ਹੀਅਰਿੰਗ ਕੀਤੀ ਜਾਂਦੀ ਹੈ ਜੀ, ਖਾਸ ਕਰ ਉਸ ਪ੍ਰੋਜੈਕਟ ਸਾਈਟ ਤੇ ਜਿੱਥੇ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਔਰ ਜਿੰਨੇ ਵੀ ਸੰਬੰਧਿਤ ਲੋਕ ਹਨ, ਜ਼ਰੂਰੀ ਨਹੀਂ ਉਹ ਭੂਮੀ ਦੇ ਮਾਲਕ ਹੀ ਹਨ, ਭੂਮੀ ਨਾਲ ਜੁੜੇ ਹੋਏ ਲੋਕ, ਉੱਥੇ ਦੇ ਵਸਨੀਕ, ਉਸ ਭੂਮੀ ਤੇ ਆਪਣੇ ਰੁਜ਼ਗਾਰ ਲਈ ਨਿਰਭਰ ਲੋਕ, ਉਹ ਸਭ ਲੋਕ ਆ ਸਕਦੇ ਹਨ ਔਰ ਉਸ ਪਬਲਿਕ ਹੀਅਰਿੰਗ ਦਾ ਹਿੱਸਾ ਬਣ ਸਕਦੇ ਹਨ। ਇੰਟਰਸਟਿੰਗਲੀ ਵੜੈਚ ਸਾਹਿਬ, ਮੈਂ ਸਰੋਤਿਆਂ ਨੂੰ ਵੀ ਦੱਸਦਾ, ਇਹ ਸਾਰੀ ਪਬਲਿਕ ਹੀਅਰਿੰਗ ਜਿਹੜੀ ਹੈ ਉਹ ਵੀਡੀਓ ਰਿਕਾਰਡ ਹੁੰਦੀ ਹੈ ਔਰ ਇਸ ਪਬਲਿਕ ਹੀਅਰਿੰਗ ਵਿੱਚ ਜਾਰੀ ਹੋਏ ਕੋਈ ਵੀ ਇਤਰਾਜ਼ ਨੂੰ ਇਸ ਰਿਪੋਰਟ ਦੇ ਵਿੱਚ ਸ਼ਾਮਿਲ ਕਰਨਾ ਲਾਜ਼ਮੀ ਹੈ। ਸੋ ਜੇ ਕੋਈ ਇੱਕ ਸਟੇਕ ਹੋਲਡਰ ਵੀ ਅਜਿਹਾ ਇਤਰਾਜ਼ ਚੁੱਕਦਾ ਹੈ, ਚਾਹੇ ਉਹ ਭੂਮੀ ਗ੍ਰਹਿਣ ਨਾਲ ਸੰਬੰਧਿਤ ਹੈ, ਚਾਹੇ ਉਸ ਦੇ ਰੁਜ਼ਗਾਰ ਅਤੇ ਅਜੀਵਿਕਾ ਨਾਲ ਸੰਬੰਧਿਤ ਹੈ, ਚਾਹੇ ਉਹ ਇਸ ਦੇ ਨਾਲ ਜੁੜੇ ਹੋਏ ਮੁਆਵਜ਼ੇ ਨਾਲ ਸੰਬੰਧਿਤ ਹੈ, ਉਸ ਨੂੰ ਸਾਨੂੰ ਇਸ ਰਿਪੋਰਟ ਵਿੱਚ ਦਰਜ ਕਰਨਾ ਲਾਜ਼ਮੀ ਹੈ। ਹੁਣ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਸਿਰਫ ਇਸ ਪਬਲਿਕ ਹੀਅਰਿੰਗ ਨਾਲ ਨਹੀਂ ਪੂਰੀ ਹੁੰਦੀ। ਅਸੀਂ ਫੀਲਡ ਦੇ ਵਿੱਚ ਗਏ, ਅਸੀਂ ਮੁਆਇਨਾ ਕੀਤਾ, ਡਰਾਫਟ ਰਿਪੋਰਟ ਡਿਸਕਸ ਕੀਤੀ, ਵੀਡੀਓਗ੍ਰਾਫੀ ਕਰਕੇ ਜਨਤਕ ਇਤਰਾਜ਼ ਪ੍ਰਾਪਤ ਕੀਤੇ, ਉਹਨਾਂ ਇਤਰਾਜ਼ਾਂ ਨੂੰ ਇਸ ਰਿਪੋਰਟ ਵਿੱਚ ਸ਼ਾਮਿਲ ਕੀਤਾ।
ਲੇਕਿਨ ਸੋਸ਼ਲ ਇੰਪੈਕਟ ਅਸੈਸਮੈਂਟ ਤਦ ਤੱਕ ਪੂਰੀ ਨਹੀਂ ਹੈ ਜਦ ਤੱਕ ਅਸੀਂ ਇਹਨਾਂ ਸਾਰੇ ਇਕੱਠੇ ਹੋਏ ਵਿਚਾਰਾਂ ਦੇ ਲਈ, ਸਾਰੀ ਇਕੱਠੀ ਹੋਈ ਜਾਣਕਾਰੀ ਦੇ ਲਈ ਇੱਕ ਸਮਾਜਿਕ ਪ੍ਰਭਾਵ ਪ੍ਰਬੰਧ ਯੋਜਨਾ ਨਹੀਂ ਪ੍ਰਸਤੁਤ ਕਰਦੇ, ਜਿਸ ਨੂੰ ਅੰਗਰੇਜ਼ੀ ਵਿੱਚ ਅਸੀਂ ਸੋਸ਼ਲ ਇੰਪੈਕਟ ਮੈਨੇਜਮੈਂਟ ਪਲਾਨ ਆਖਦੇ ਹਾਂ ਜੀ। ਸੋ ਇੰਪੈਕਟ ਅਸੈਸਮੈਂਟ ਤਾਂ ਰਹੀ ਕਿਸੇ ਵੀ ਅਦਾਰੇ ਦਾ ਮੁਲਾਂਕਣ ਕਰਨਾ, ਕਿਹਨਾਂ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਜੋ ਇਸ ਜ਼ਮੀਨ ਦੇ ਗ੍ਰਹਿਣ ਹੋਣ ਨਾਲ ਪੈਣਗੇ, ਲੇਕਿਨ ਉਸ ਮੁਲਾਂਕਣ ਉਪਰੰਤ ਕੀ ਕੀਤਾ ਜਾਵੇ, ਜਿਹੜੇ ਪੁਆਇੰਟਸ ਵਿੱਚ ਨਿਕਲੇ ਆ ਉਹਨਾਂ ਦੇ ਨਾਲ ਡੀਲ ਕਿਵੇਂ ਕਰਨਾ ਹੈ। ਬਹੁਤ ਸਾਰੇ ਐਸੇ ਪ੍ਰਭਾਵ ਹੈ ਜੀ ਜੋ ਸਕਾਰਾਤਮਕ ਹਨ, ਉਹਨਾਂ ਨੂੰ ਕਿਵੇਂ ਵਧਾਇਆ ਜਾਵੇ, ਔਰ ਬਹੁਤ ਸਾਰੇ ਐਸੇ ਪ੍ਰਭਾਵ ਹਨ ਜੋ ਬਹੁਤ ਨਕਾਰਾਤਮਕ ਹਨ, ਉਹਨਾਂ ਨੂੰ ਕਿਵੇਂ ਘਟਾਇਆ ਜਾਵੇ। ਸੋ ਇਸ ਪੂਰੀ ਐਕਸਰਸਾਈਜ਼ ਦਾ ਮੰਤਵ ਇਹ ਹੈ ਕਿ ਅਸੀਂ ਸਕਾਰਾਤਮਕਤਾਵਾਂ ਨੂੰ ਕਿਵੇਂ ਵਧਾਈਏ, ਨਕਾਰਾਤਮਕਤਾਵਾਂ ਨੂੰ ਕਿਵੇਂ ਘੱਟ ਤੋਂ ਘੱਟ ਕਰੀਏ। ਡਾਕਟਰ ਸਾਹਿਬ, ਮੈਂ ਇੱਥੇ ਮੇਰੇ ਦਿਮਾਗ 'ਚ ਗੱਲ ਆ ਰਹੀ, ਸਾਡੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਤੁਹਾਡੇ 'ਚੋਂ ਕਿੰਨਿਆਂ ਨੂੰ ਪਤਾ ਹੈ ਜਿਨ੍ਹਾਂ ਦੇ ਇਲਾਕੇ 'ਚ ਜ਼ਮੀਨਾਂ ਗ੍ਰਹਿਣ ਕੀਤੀਆਂ ਗਈਆਂ ਨੇ, ਐਕਵਾਇਰ ਕੀਤੀਆਂ ਗਈਆਂ ਨੇ, ਕਿ ਉੱਥੇ ਸੋਸ਼ਲ ਇੰਪੈਕਟ ਸਟੱਡੀ ਦਾ ਤੁਹਾਨੂੰ ਪਤਾ ਹੈ, ਤੁਹਾਡੇ ਕੋਲੇ ਕਿਸੇ ਕੋਲੇ ਕਾਪੀ ਹੈ, ਤੁਹਾਨੂੰ ਡੀਸੀ ਨੇ, ਐਸਡੀਐਮ ਨੇ ਕਦੇ ਦਿੱਤੀ ਹੈ ਕਿ ਸਿੱਧੀਆਂ ਅਸੀਂ ਪਤਾ ਲੱਗਦਾ ਜਿਵੇਂ ਕਿ ਜੀ ਸਿੱਧੀ ਜ਼ਮੀਨ ਜਿਹੜੀ ਹੈ ਉਹ ਪਮਾਇਸ਼ ਹੋਣ ਤੇ ਆ ਗਈ ਹੈ, ਨਿਸ਼ਾਨਦੇਹੀ ਹੋਣ ਤੇ ਆ ਗਈ ਹੈ। ਕਈ ਵਾਰ ਬਹੁਤ ਇਹੋ ਜਿਹੀਆਂ ਡਾਕਟਰ ਸਾਹਿਬ ਸਥਿਤੀਆਂ ਹੁੰਦੀਆਂ ਨੇ ਕਿ ਸੜਕ ਨਿਕਲ ਰਹੀ ਹੈ, ਕਿਸੇ ਦਾ ਅੱਧਾ ਮਕਾਨ ਵਿੱਚ ਆ ਗਿਆ, ਕਿਸੇ ਦੀ 10 ਕਿੱਲੇ 5 ਕਿੱਲੇ ਜ਼ਮੀਨ ਹੈ, ਜਾਂ ਮੰਨ ਲਓ ਕਿਸੇ ਦੀ 1 ਕਿੱਲਾ ਜ਼ਮੀਨ ਹੀ ਹੈ, ਉਹਦੀ 1 ਕਨਾਲ ਬਾਹਰ ਰਹਿ ਗਈ ਤੇ ਜਿਹੜੀਆਂ 7 ਕਨਾਲਾਂ ਵਿੱਚ ਆ ਗਈਆਂ, ਜਾਂ ਇੱਕ ਬੰਦਾ ਉਹ ਹੈ ਜਿਹਦੀ 8 ਕਿੱਲੇ ਜ਼ਮੀਨ ਆ, ਉਹਦੀ 1.5 ਕਿੱਲਾ ਇੱਧਰ ਰਹਿ ਗਈ ਤੇ 4 ਕਨਾਲ ਦੂਸਰੇ ਪਾਸੇ ਰਹਿ ਗਈ, ਤੇ ਉਹਨੂੰ ਆਪਣੀ 4 ਕਨਾਲ ਤੱਕ ਪਹੁੰਚਣ ਲਈ 5 ਕਿਲੋਮੀਟਰ ਅੰਡਰਪਾਸ ਮਿਲਦਾ ਹੈਗਾ। ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਫਾਰਮਰ ਜਿਹੜੇ ਆ ਉਹ ਫਿਰ ਐਜੀਟੇਸ਼ਨ ਕਰਦੇ ਆ, ਜਾਂ ਜਿਹਨਾਂ ਲੋਕਾਂ ਦੀ ਪ੍ਰੋਬਲਮ ਆਉਂਦੀ ਆ ਉਹ ਕਰਦੇ ਆ। ਇਹ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਮੈਨੇਜਮੈਂਟ ਸਿਸਟਮ ਵਾਲੀ ਸੋਸ਼ਲ ਇੰਪੈਕਟ ਮੈਨੇਜਮੈਂਟ ਪਲਾਨ ਹੈ ਜਿਹੜੀ, ਇਹਨਾਂ ਗੱਲਾਂ ਦਾ ਧਿਆਨ ਕਿਸ ਢੰਗ ਨਾਲ ਰੱਖਿਆ ਜਾ ਸਕਦਾ ਹੈ? ਜੀ ਵੜੈਚ ਸਾਹਿਬ, ਮੈਂ ਦਰਸ਼ਕਾਂ ਲਈ ਵੀ ਇਹ ਦੱਸਣਾ ਚਾਹੂੰਗਾ ਕਿ ਸੜਕਾਂ ਦੀ ਉਸਾਰੀ ਦੇ ਲਈ ਜਾਂ ਢਾਂਚੇ ਦੀ ਉਸਾਰੀ ਕੋਈ ਨਵੀਂ ਚੀਜ਼ ਨਹੀਂ ਹੈ, ਬਹੁਤ ਸਾਲਾਂ ਤੋਂ ਹੁੰਦੀ ਆ ਰਹੀ, ਲੇਕਿਨ 2013 ਤੋਂ ਬਾਅਦ ਇਹ ਫਰਕ ਆ ਗਿਆ ਹੈ। ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਦੇ ਨਾਲ ਹੁਣ ਇਹ ਪ੍ਰਬੰਧ ਨਿਰਧਾਰਿਤ ਕਰਦੇ ਹਨ, ਇਨਸ਼ੋਰ ਕਰਦੇ ਹਨ ਕਿ ਜੇ ਕੋਈ ਵੀ ਐਸਾ ਸਟੇਕ ਹੋਲਡਰ ਹੈ ਜਿਸ ਦਾ ਉਜਾੜ ਇਸ ਤਰੀਕੇ ਨਾਲ ਹੋ ਰਿਹਾ ਹੈ ਕਿ ਉਸਦੀ ਕੁਝ ਜ਼ਮੀਨ ਐਕੁਇਜ਼ੀਸ਼ਨ 'ਚ ਆ ਰਹੀ ਹੈ, ਬਾਕੀ ਜ਼ਮੀਨ ਕਿਸੇ ਲਾਹੇਵੰਦ ਕੰਮ ਨਹੀਂ ਰਹਿੰਦੀ, ਉਹ ਵੰਡੀ ਜਾਂਦੀ ਹੈ, ਸੋ ਅਜਿਹੀ ਜ਼ਮੀਨ ਦੀ ਐਕੁਇਜ਼ੀਸ਼ਨ ਦੇ ਲਈ ਅਸੀਂ ਆਪਣੀ ਰਿਪੋਰਟ ਦੇ ਵਿੱਚ ਸਿਫਾਰਿਸ਼ ਨਹੀਂ ਕਰਦੇ। ਅਸੀਂ ਲਿਖ ਕੇ ਦਿੰਨੇ ਹਾਂ ਕਿ ਅਜਿਹੀ ਐਕੁਇਜ਼ੀਸ਼ਨ ਇਹ ਨਹੀਂ ਹੋਣੀ ਚਾਹੀਦੀ, ਇਹਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਜਾਂ ਇਹਦੇ ਲਈ ਕੁਝ ਹੋਰ ਪ੍ਰਬੰਧ ਜਾਂ ਕੁਝ ਹੋਰ ਵਿਕਲਪ ਕੱਢੇ ਜਾਣੇ ਚਾਹੀਦੇ ਹਨ। ਇਸੇ ਲਈ ਇਸ ਦੇ ਵਿੱਚ, ਇਸ ਐਕਟ ਦੇ ਵਿੱਚ ਜੇ ਤੁਸੀਂ ਦੇਖੋਗੇ, ਸਿਰਫ ਐਕੁਇਜ਼ੀਸ਼ਨ ਦੇ ਲਈ ਕੰਪਨਸੇਸ਼ਨ ਤੱਕ ਸੀਮਿਤ ਨਹੀਂ ਹੈ ਐਕਟ, ਇਹ ਰੀਹੈਬਿਲਿਟੇਸ਼ਨ ਤੇ ਰੀਸੈਟਲਮੈਂਟ ਭਾਵ ਮੁੜ ਵਸੇਬਾ, ਇੱਕ ਥਾਂ ਤੋਂ ਜੇ ਕੋਈ ਉਜੜ ਰਿਹਾ ਹੈ, ਜੇ ਕਿਸੇ ਦੀ ਜ਼ਮੀਨ ਉਜੜ ਰਹੀ ਹੈ, ਜੇ ਕਿਸੇ ਦੀ ਜ਼ਮੀਨ ਦਾ ਵੱਡਾ ਟੱਕ ਐਕੁਇਜ਼ੀਸ਼ਨ ਦੇ ਅੰਡਰ ਆ ਰਿਹਾ ਹੈ ਔਰ ਬਾਕੀ ਜ਼ਮੀਨ ਉਹਦੀ ਬੇਲੋੜੀ ਬੇਵਰਤੋਂ ਰਹਿ ਜਾਂਦੀ ਹੈ, ਉਸ ਨੂੰ ਉਨੀ ਹੀ ਪੈਮਾਇਸ਼ ਦਾ ਜਾਂ ਉਸ ਤੋਂ ਵੱਧ ਪੈਮਾਇਸ਼ ਦਾ ਇੱਕ ਐਸਾ ਟੱਕ ਦਿੱਤਾ ਜਾਏ ਜੋ ਉਸ ਦੇ ਲਈ ਉਸ ਦਾ ਮੁੜ ਵਸੇਬਾ ਕਰਦਾ ਹੋ। ਡਾਕਟਰ ਸਾਹਿਬ, ਤੁਸੀਂ ਮੁੜ ਵਸੇਬੇ ਦੀ ਗੱਲ ਕਰ ਰਹੇ ਹੋ, ਆਪਾਂ ਜਿਵੇਂ ਪਹਿਲਾਂ ਪ੍ਰੋਗਰਾਮ ਤੋਂ ਗੱਲ ਕਰ ਰਹੇ ਸੀ, ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ ਪਤਾ ਵੀ ਹੈ ਕਿ ਬਠਿੰਡੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਲੱਗੀ ਸੀ ਔਰ ਉੱਥੇ ਦੇ ਬਹੁਤ ਸਾਰੇ ਪਿੰਡਾਂ ਨੇ ਵਿਰੋਧ ਕੀਤਾ ਸੀ, ਔਰ ਲੱਗਣ ਤੋਂ ਬਾਅਦ ਵੀ ਹੁਣ ਪ੍ਰੋਬਲਮ ਆ ਰਹੀਆਂ ਨੇ। ਡਾਕਟਰ ਸਾਹਿਬ, ਤੁਸੀਂ ਬੜੀਆਂ ਦਿਲਚਸਪ ਗੱਲਾਂ ਦੱਸ ਰਹੇ ਸੀ ਕਿ ਇੰਪੈਕਟ ਜਿਹੜਾ ਇੱਕ ਤੇ ਸਟੱਡੀ ਹੈ ਨਾ, ਇੱਕ ਰੀਅਲ ਇੰਪੈਕਟ ਕੀ ਪੈ ਰਿਹਾ ਉਹਨਾਂ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਉੱਤੇ, ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਰਿਫਾਈਨਰੀ 'ਚ ਆ ਗਈਆਂ ਪਰ ਥੋੜੀਆਂ ਬਚ ਗਈਆਂ ਪਰ ਪਿੰਡ ਨਾਲ ਹਾਲੇ ਰਹਿੰਦੇ ਆ, ਉਹਨਾਂ ਤੇ ਸੋਸ਼ਲ ਤੌਰ ਤੇ ਕੀ ਪ੍ਰਭਾਵ ਪੈ ਰਿਹਾ? ਡਾਕਟਰ ਸਾਹਿਬ, ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਮੈਂ ਜ਼ਰੂਰ ਸਾਂਝਾ ਕਰੂੰਗਾ ਜੀ। ਮੇਰਾ ਖੁਦ ਦਾ ਖੋਜ ਵਿਸ਼ਾ ਉੱਥੇ ਰਿਹਾ ਹੈ। ਉਹ ਪਿੰਡ ਬਹੁਤ ਮੇਰੇ ਦਿਲ ਦੇ ਨਜ਼ਦੀਕ ਹਨ ਔਰ ਉਹਨਾਂ ਦੀ ਗੁਹਾਰ ਮੇਰੇ ਕੰਨਾਂ 'ਚ ਅੱਜ ਤੱਕ ਗੂੰਜਦੀ ਹੈ। ਇਹ ਰਿਫਾਈਨਰੀ 2007-8 ਦੇ ਵਿੱਚ ਉੱਥੇ ਸਥਾਪਿਤ ਕੀਤੀ ਗਈ, 11 ਦੇ ਵਿੱਚ ਕਮਿਸ਼ਨ ਹੋ ਗਈ ਜਦ ਇਹ ਐਕਟ ਲਾਗੂ ਨਹੀਂ ਹੋਇਆ ਸੀ। ਸੋ ਉਹਨਾਂ ਨੂੰ ਮੁਆਵਜ਼ੇ ਦੇ ਤੌਰ ਤੇ ਜ਼ਮੀਨ ਲਈ ਗਈ, ਗ੍ਰਹਿਣ ਕੀਤੀ ਗਈ। ਜਿਨ੍ਹਾਂ ਦੀ ਜ਼ਮੀਨ ਤੇ ਰਿਫਾਈਨਰੀ ਦੇ ਟੱਕ 'ਚ ਆ ਗਈ ਉਹਨਾਂ ਨੂੰ ਮੁਆਵਜ਼ਾ ਮਿਲਿਆ। ਔਰ ਅੱਛਾ, ਕਿਉਂਕਿ ਪ੍ਰਾਈਵੇਟ ਕਾਰਪੋਰੇਟ ਆ ਰਿਹਾ ਸੀਗਾ, ਬਹੁਤ ਸਾਲਾਂ ਤੋਂ ਇਹਦੀ ਯੋਜਨਾ ਚੱਲਦੀ ਆ ਰਹੀ ਸੀ, ਸੋ ਉਹਨਾਂ ਨੂੰ ਚੰਗੇ ਮੁਆਵਜ਼ੇ ਮਿਲੇ। ਸੋ ਪਹਿਲੀ ਗੱਲ ਤੇ ਪਿੰਡਾਂ 'ਚ ਹੀ ਵੰਡ ਪੈ ਗਈ, ਆਰਥਿਕ ਤੌਰ ਤੇ ਵੰਡ ਪੈ ਗਈ। ਕੁਝ ਲੋਕ ਐਸੇ ਜਿਹੜੇ ਜ਼ਮੀਨਦਾਰ ਅਮੀਰ ਹੋ ਗਏ ਜਿਨ੍ਹਾਂ ਦੀ ਜ਼ਮੀਨ ਗ੍ਰਹਿਣ ਨਹੀਂ ਹੋਈ ਐਕੁਇਜ਼ੀਸ਼ਨ 'ਚ, ਬਿਕੋਜ਼ ਲੋਕੀ ਚਾਹਣ ਲੱਗੇ ਕਿ ਜੀ ਸਾਡੀ ਜ਼ਮੀਨ ਵੀ ਵਿਕ ਜੇ, ਐਕਵਾਇਰ ਹੋ ਜੇ, ਸਾਨੂੰ ਉਹਦਾ ਮੁਆਵਜ਼ਾ ਮਿਲ ਜੇ। ਸੋ ਪਹਿਲੀ ਗੱਲ ਤੇ ਪਿੰਡ 'ਚ ਇੱਕ ਜਿਹੜੀ ਸਮੁਦਾਇਕ ਵੰਡ ਸੀ, ਇੱਕ ਤਬਕੇ ਦੀ ਵੰਡ ਸੀ, ਉਹ ਬਣ ਗਈ ਜੋ ਕਦੇ ਸੀ ਨਹੀਂ। ਇਹ ਸਾਰੇ ਪਿੰਡਾਂ ਵਿੱਚ ਕਾਮਨ ਹੋਇਆ। ਇੱਕ ਪਿੰਡ ਹੈ ਜੀ ਖਾਸ ਤੌਰ ਤੇ ਕਨਕਵਾਲ ਉਰਫ ਰਤਨਖੇੜੀ। ਕਨਕਵਾਲ ਪਿੰਡ ਨੇ 2014 ਦੀ ਅਸੈਂਬਲੀ ਇਲੈਕਸ਼ਨਸ ਜਨਤਕ ਤੌਰ ਤੇ ਬਾਈਕਾਟ ਕੀਤੀਆਂ।
ਔਰ ਉਹਨਾਂ ਨੇ ਆਪਣੇ ਪਿੰਡ ਦੇ ਬਾਹਰ ਪੋਸਟਰ ਲਿਖ ਕੇ ਲਾਤਾ ਕਿ ਜੀ ਸਾਨੂੰ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਕਿਸੇ ਵੀ ਇਲੈਕਸ਼ਨ ਦਾ ਹਿੱਸਾ ਅਸੀਂ ਬਣਨ ਨੂੰ ਤਿਆਰ ਨਹੀਂ ਹਾਂ, ਅਸੀਂ ਆਪਣਾ ਇਹ ਇੱਕ ਡੈਮੋਕ੍ਰੈਟਿਕ ਵਿਰੋਧ ਕਰ ਰਹੇ ਹਾਂ। ਮਤਲਬ ਵੋਟ ਪਾਉਣੀ ਨਹੀਂ ਅਸੀਂ, ਵੋਟ ਪਾਉਣੀ ਨਹੀਂ ਹੈ। ਉਹ ਪਿੰਡ ਮੰਗਦਾ ਸੀ ਰੀਲੋਕੇਸ਼ਨ, ਕਿਉਂਕਿ ਰਿਫਾਈਨਰੀ ਦੇ ਬਿਲਕੁਲ ਕੰਢੇ ਤੇ ਉਹ ਪਿੰਡ ਹੈ। ਨਾਲ ਇੱਕ ਲੱਗਦਾ ਪਿੰਡ ਹੈ ਜੀ ਫੁੱਲੋਖਾਰੀ। ਫੁੱਲੋਖਾਰੀ ਪਿੰਡ ਦੇ ਨਾਲ ਉਸ ਰਿਫਾਈਨਰੀ ਦਾ LPG ਸਟੋਰੇਜ ਯੂਨਿਟ ਹੈ, ਜਿਹਨੂੰ ਅਸੀਂ ਗੈਸ ਦੇ ਤੌਰ ਤੇ ਵਰਤਦੇ ਹਾਂ, LPG ਜੀ। LPG ਸਟੋਰੇਜ ਯੂਨਿਟ ਦੇ ਵਿੱਚ ਇੱਕ ਟਾਈਮ ਤੇ ਕਨਵੇਅਰ ਦੇ ਉੱਪਰ 4 ਲੱਖ ਸਿਲੰਡਰ ਸਟੋਰਡ ਰਹਿੰਦਾ ਹੈ। ਤੁਸੀਂ ਸੋਚ ਸਕਦੇ ਹੋ 4 ਲੱਖ ਸਿਲੰਡਰ ਇੱਕ ਟਾਈਮ ਤੇ ਸਟੋਰਡ ਰਹਿੰਦਾ ਹੈ। ਔਰ ਮੁੱਖ ਤੌਰ ਤੇ ਹਰ ਵਸਨੀਕ ਨੇ ਮੈਨੂੰ ਇੱਕੋ ਗੱਲ ਬੋਲੀ ਕਿ ਜੀ ਸਾਡੀ ਤੇ ਕਮਰਾਂ ਤੇ ਸਰਕਾਰ ਨੇ ਬੰਬ ਬੰਨ੍ਹਤੇ ਵੀ ਜੇ ਇੱਕ ਛੋਟਾ ਜਿਹਾ ਵੀ ਹਾਦਸਾ ਹੋ ਗਿਆ। ਜਦ ਮੈਂ ਗਿਆ ਸੀ ਆਪਣੀ ਖੋਜ ਕਰਨ ਦੇ ਲਈ, ਕੁਝ ਦਿਨ ਪਹਿਲਾਂ ਹੀ ਉੱਥੇ ਇੱਕ ਬਲਾਸਟ ਹੋ ਕੇ ਹਟਿਆ ਸੀ। ਸੋ ਰਿਫਾਈਨਰੀ ਤੋਂ ਧਾਤੂ ਦੇ ਕੁਝ ਟੁਕੜੇ ਉੜ ਕੇ 5-5 ਕਿਲੋਮੀਟਰ ਦੂਰ ਤੱਕ ਦੇ ਪਿੰਡਾਂ 'ਚ ਗਏ। ਨਾਲ ਲੱਗਦਾ ਇੱਕ ਹੋਰ ਪਿੰਡ ਹੈ ਰਾਮਸਰਾ। ਰਾਮਸਰੇ ਦੇ ਲੋਕਾਂ ਨੇ ਤਾਂ ਹੋਰ ਹੀ ਗੱਲ ਦੱਸੀ ਕਿ ਉਸ ਦੇ ਨਾਲ ਇੱਕ ਬਹੁਤ ਵੱਡੀ ਲੱਗਦੀ ਰਿਫਾਈਨਰੀ ਦੇ ਨਾਲ ਇੱਕ ਬਹੁਤ ਹੀ ਵੱਡੀ ਲੱਗਦੀ ਟਾਊਨਸ਼ਿਪ ਬਣਾ ਦਿੱਤੀ ਗਈ ਹੈ, ਜੋ 5 ਸਟਾਰ ਟਾਊਨਸ਼ਿਪ ਹੈ। ਆਮ ਤੌਰ ਤੇ ਲੋਕਾਂ ਨੂੰ ਆਸ ਸੀ ਕਿ ਵੱਡਾ ਇੰਡਸਟਰੀ ਦਾ ਪ੍ਰੋਜੈਕਟ ਆ ਰਿਹਾ ਹੈ, ਰੁਜ਼ਗਾਰ ਮਿਲੇਗਾ, ਵਪਾਰ ਦੇ ਅਵਸਰ ਮਿਲਣਗੇ, ਲੇਕਿਨ ਉਹ ਸਾਰੇ ਅਵਸਰ ਜਿਹੜੇ ਨੇ ਉਹ ਪੰਜਾਬ ਦੇ ਵਸਨੀਕਾਂ ਨੂੰ, ਖੇਤਰ ਦੇ ਵਸਨੀਕਾਂ ਨੂੰ ਨਹੀਂ ਮਿਲੇ, ਉਹ ਸਾਰੇ ਬਾਹਰ ਚਲੇ ਗਏ। ਸੋ ਜਿਹੜੇ ਲੋਕ ਬਾਹਰੋਂ ਉੱਥੇ ਆਏ, ਹੁਣ ਜੇ ਅਸੀਂ ਜਨਗਣਨਾ ਦੀ ਗੱਲ ਕਰਦੇ ਹਾਂ ਨਾ ਜੀ, ਤੁਸੀਂ ਜਨਗਣਨਾ 2001 ਚੱਕ ਕੇ ਦੇਖੋਗੇ, ਰਾਮਸਰੇ ਪਿੰਡ ਦੀ ਜਨਗਣਨਾ ਤਕਰੀਬਨ 2 ਤੋਂ 3 ਹਜ਼ਾਰ ਦੇ ਵਿੱਚ ਸੀ 2001 ਦੇ ਵਿੱਚ, 2001 ਦੇ ਵਿੱਚ, ਜੋ ਕਿ ਅਗਲੇ ਦਹਾਕੇ ਵੱਧ ਕੇ 15,000 ਵੀ ਟੱਪ ਗਈ 2011 ਦੇ ਵਿੱਚ। ਕਿਸੇ ਵੀ ਪਿੰਡ ਦੇ ਵਿੱਚ ਇੰਨੀ ਜਨਸੰਖਿਆ ਦਾ ਵਾਧਾ ਨਹੀਂ ਹੁੰਦਾ। ਸੋ ਜਦ ਮੈਂ ਥੋੜੇ ਜਿਹੇ ਕਾਰਨ ਘੋਖੇ ਤਾਂ ਪਤਾ ਲੱਗਿਆ ਕਿ ਉੱਥੇ ਜਿਹਨੂੰ ਅਸੀਂ ਮਾਈਗ੍ਰੈਂਟ ਸੈਟਲਰ ਪੋਪੂਲੇਸ਼ਨ ਜਾਂ ਲੇਬਰ ਜਨਸੰਖਿਆ ਕਹਿੰਦੇ, ਉਹਦਾ ਆਗਮਨ ਬਹੁਤ ਹੋਇਆ। ਔਰ ਉਹ ਲੇਬਰ ਕੱਲੀ ਸਿਰਫ ਮੈਨੂਅਲ ਲੇਬਰ ਨਹੀਂ ਸੀ, ਉਹਦੇ 'ਚ ਬਹੁਤ ਸਾਰੀ ਐਗਜ਼ੈਕਟਿਵ ਵਰਗ ਸੀਗੇ। ਉਹਨਾਂ ਸਾਰੇ ਐਗਜ਼ੈਕਟਿਵ ਇੰਜੀਨੀਅਰ ਵਰਗਾਂ ਦੇ ਲਈ ਇੱਕ ਟਾਊਨਸ਼ਿਪ ਬਣਾਈ ਗਈ, HMEL ਟਾਊਨਸ਼ਿਪ, ਜੋ ਕਿ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਦੇ ਨਾਲ ਲੈਸ ਹੈ। ਹੁਣ ਲੋਕਲਸ ਦੇ ਵਿੱਚ, ਉੱਥੇ ਦੇ ਵਸਨੀਕਾਂ ਦੇ ਵਿੱਚ ਇਹ ਥੋੜਾ ਜਿਹਾ ਜਿਹਨੂੰ ਕਹਿੰਦੇ ਨੇ, ਇਹ ਭਾਵਨਾ ਆਈ ਕਿ ਅਸੀਂ ਪਿੱਛੇ ਰਹਿ ਗਏ, ਸਾਨੂੰ ਉਸ ਵਿਕਾਸ ਦਾ ਕੋਈ ਫਾਇਦਾ ਨਹੀਂ ਹੋਇਆ ਜੋ ਸਾਡੀ ਜ਼ਮੀਨ ਲੈ ਕੇ ਹੀ ਸਾਡੀ ਥਾਵਾਂ ਤੇ ਲਾਇਆ ਗਿਆ। ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਕਿ ਜੀ ਸਾਨੂੰ ਰਿਸ਼ਤੇ ਆਣੇ ਬੰਦ ਹੋ ਗਏ। ਰਿਸ਼ਤੇ ਆਉਣੇ ਬੰਦ ਹੋ ਗਏ ਕਿਉਂਕਿ ਉੱਥੇ ਦਾ ਪਰਿਆਵਰਨ ਇੰਨਾ ਕੁ ਦੂਸ਼ਿਤ ਹੈ। ਔਰ ਇਹ ਦੂਸ਼ਣ ਸਿਰਫ ਮਨੁੱਖਾਂ ਨੂੰ ਨਹੀਂ ਪ੍ਰਭਾਵਿਤ ਕਰਦਾ, ਜ਼ਮੀਨ ਨੂੰ, ਪਾਣੀ ਨੂੰ, ਮਵੇਸ਼ੀਆਂ ਨੂੰ, ਫਸਲਾਂ ਨੂੰ, ਸਾਡੀ ਫੂਡ ਚੇਨ ਨੂੰ, ਸਭ ਨੂੰ ਪ੍ਰਭਾਵਿਤ ਕਰਦਾ, ਸਭ 'ਚ ਦਿਖਦਾ ਹੈ। ਸੋ ਕਹਿੰਦੇ ਕਿ ਜੀ ਸਾਨੂੰ ਲੋਕਾਂ ਨੇ ਕੁੜੀਆਂ ਦੇਣੀਆਂ ਬੰਦ ਕਰਤੀਆਂ ਇਹਨਾਂ ਪਿੰਡਾਂ ਵਾਲਿਆਂ ਨੂੰ, ਔਰ ਇਸ ਪਿੰਡ ਦੀਆਂ ਕੁੜੀਆਂ ਲੈਣੀਆਂ ਬੰਦ ਕਰਤੀਆਂ ਕਿਉਂਕਿ ਬਿਮਾਰੀ ਦੇ ਘਰ ਨੇ। ਨਾਲ ਹੀ ਲੱਗਦੇ 2 ਪਿੰਡ ਨੇ ਜੀ, ਹੱਸੂ ਤੇ ਨੌਰੰਗ, ਇਹ ਹਰਿਆਣੇ 'ਚ ਆਉਂਦੇ ਨੇ। 2017 ਵਿੱਚ ਔਰ ਅਖਬਾਰਾਂ 'ਚ ਆਇਆ ਪਹਿਲੀ ਵਾਰ ਹੁਣ ਤੱਕ ਦੀ ਰਿਕਾਰਡਡ ਇਤਿਹਾਸ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਐਸਿਡ ਰੇਨ, ਤੇਜ਼ਾਬ ਦੀ ਵਰਖਾ ਪਈ। ਔਰ ਉਸ ਤੇਜ਼ਾਬ ਦੀ ਵਰਖਾ ਦੇ ਕਾਰਨ ਇੰਪਿਊਟ ਕੀਤੇ ਗਏ ਰਿਫਾਈਨਰੀ ਤੋਂ ਨਿਕਲਦੇ ਹੋਏ ਕੈਮੀਕਲਸ, ਜੋ ਕਿ ਬਦਲਾਂ ਦੇ ਵਿੱਚ ਜਾ ਕੇ ਮਿਸ਼ਰਿਤ ਹੁੰਦੇ ਨੇ। ਹੁਣ ਜੇ ਉਸ ਵੇਲੇ ਅਜਿਹਾ ਸਮਾਜਿਕ ਪ੍ਰਬੰਧ ਹੁੰਦਾ, ਸ਼ਾਇਦ ਇਹ ਰਿਫਾਈਨਰੀ ਉਹਨੇ ਵਸੋਂ ਵਾਲੇ ਖੇਤਰ ਵਿੱਚ ਲਗਾਉਣ ਦੀ ਸਿਫਾਰਿਸ਼ ਕਦੇ ਨਾ ਕੀਤੀ ਜਾਂਦੀ, ਕਿਉਂਕਿ ਇਸ ਰਿਫਾਈਨਰੀ ਨੂੰ ਜਿਹੜਾ ਕੱਚਾ ਤੇਲ ਆਉਂਦਾ ਉਹ ਮੁੰਦਰਾ ਪੋਰਟ ਗੁਜਰਾਤ ਤੋਂ ਆਉਂਦਾ। 1014 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ, ਔਰ ਉਹ ਪਾਈਪਲਾਈਨ ਬਹੁਤ ਸਾਰੇ ਮਰੂਸਥਲ ਰੇਗਿਸਤਾਨ ਵਿੱਚੋਂ ਹੋ ਕੇ ਨਿਕਲਦੀ ਹੈ। ਕਿਉਂ ਨਾ ਅਜਿਹੇ ਪ੍ਰੋਜੈਕਟ ਨੂੰ ਉਸੇ ਮਰੂਸਥਲਾਂ ਜਾਂ ਰੇਗਿਸਤਾਨਾਂ ਵਿੱਚ ਲਗਾਇਆ ਗਿਆ ਜਿੱਥੇ ਇਸ ਦਾ ਪ੍ਰਭਾਵ ਜਨਸੰਖਿਆ ਤੇ, ਵਨਸਪਤ ਤੇ ਔਰ ਪਸ਼ੂਆਂ ਤੇ ਸਭ ਤੋਂ ਘੱਟ ਹੁੰਦਾ। ਡਾਕਟਰ ਸਾਹਿਬ, ਕੀ ਕਾਰਨ ਹੈ ਕਿ ਇੱਥੇ ਪੰਜਾਬ ਇੰਨੀ ਫਰਟਾਈਲ ਲੈਂਡ ਹੈ ਇੱਥੇ, ਔਰ ਇਹਨੂੰ ਕਿਉਂ ਚੁਣਿਆ? ਔਰ ਤੁਸੀਂ ਜਿਵੇਂ ਦੱਸਿਆ ਕਿ ਇੱਕ ਤੇ ਸਾਡੀ ਬਹੁਤ ਉਪਜਾਊ ਜ਼ਮੀਨ ਖਾ ਗਏ, ਨਾਲ ਦੀ ਨਾਲ ਬਿਮਾਰੀਆਂ ਵਾਸਤੇ ਪ੍ਰਬੰਧ ਵੀ ਕਰ ਦਿੱਤਾ। ਭਵਿੱਖ ਵਿੱਚ ਜਿਹੜੇ ਬੱਚੇ ਪੈਦਾ ਹੋਣੇ, ਤੁਹਾਨੂੰ ਯਾਦ ਹੋਣਾ ਕਿ ਹੀਰੋਸ਼ੀਮਾ ਦੇ ਵਿੱਚ ਜਿਹੜਾ ਬੰਬ ਡਿੱਗਿਆ ਸੀ, ਉਹਦਾ ਇੰਪੈਕਟ ਹਾਲੇ ਤੱਕ ਜਨਰੇਸ਼ਨਸ ਦੇ ਉੱਤੇ ਆ ਰਿਹਾ। ਭੋਪਾਲ ਦੇ ਵਿੱਚ ਜਿਹੜੀ ਗੈਸ ਲੀਕ ਹੋਈ ਸੀਗੀ, ਪੋਟਾਸ਼ੀਅਮ ਸਾਇਨਾਈਡ, ਉਹਦਾ ਇੰਪੈਕਟ ਉੱਥੋਂ ਦੇ ਬੱਚਿਆਂ ਉੱਤੇ ਹਾਲੇ ਤੱਕ ਜਿਹੜਾ ਉਹ ਆ ਰਿਹਾ। ਔਰ ਉਹ ਪਤਾ ਲੱਗ ਰਿਹਾ ਬੱਚੇ, ਉਹਨਾਂ ਦੇ ਵਿੱਚ ਕਿਸੇ ਦੀ ਅੱਖ ਖਰਾਬ ਆ ਰਹੀ ਆ, ਕਿਸੇ ਦਾ ਹੱਥ ਖਰਾਬ ਆ ਰਿਹਾ, ਕਿਸੇ ਦਾ ਹਾਰਟ ਖਰਾਬ ਆ ਰਿਹਾ। ਸੋ ਇੱਥੇ ਜਿਹੜੀ ਇੰਪੈਕਟ ਹੋਣਾ ਹੈ ਇਸ ਰਿਫਾਈਨਰੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ DNA ਵੀ ਚੇਂਜ ਹੋ ਸਕਦੇ। ਮੈਂ ਵੜੈਚ ਸਾਹਿਬ ਇਹਨੂੰ ਜੋੜੂੰਗਾ ਇੱਕ ਹੋਰ ਹਾਦਸੇ ਨਾਲ। ਤੁਸੀਂ ਪਿੱਛੇ ਨੂੰ ਪੜ੍ਹਿਆ ਹੋਵੇਗਾ, 2011 ਦੇ ਵਿੱਚ ਇੱਕ ਸੁਨਾਮੀ ਆਈ ਸੀ, ਜਾਪਾਨ ਦੇ ਫੁਕੂਸ਼ੀਮਾ ਨਿਊਕਲੀਅਰ ਰਿਐਕਟਰ ਨੂੰ ਤਬਾਹ ਕਰ ਗਈ ਸੀ। ਔਰ 2023 ਦੇ ਵਿੱਚ, ਪਿਛਲੇ 12 ਸਾਲ ਅਸੀਂ ਉਸ ਥਾਂ ਨੂੰ ਨਿਊਟਰਲਾਈਜ਼ ਕਰਨ ਤੇ ਲਾਏ ਨੇ। ਉੱਥੇ ਨਿਊਕਲੀਅਰ ਰੇਡੀਏਸ਼ਨ ਜਿਹੜੀ ਹੈ ਉਹਨੂੰ
ਧੋਣ ਦੇ ਲਈ, ਘਟਾਉਣ ਦੇ ਲਈ ਬਹੁਤ ਪ੍ਰਬੰਧ ਲਾਗੂ ਕੀਤੇ ਔਰ ਜਾਪਾਨ ਦੁਨੀਆ ਦੇ ਸਭ ਤੋਂ ਤਕਨੀਕੀ ਅਗੇਤਰ ਦੇਸ਼ਾਂ ਵਿੱਚੋਂ ਹੈ। ਸੋ ਉਹਨਾਂ ਨੇ ਸਭ ਤੋਂ ਉਚੇਰੀ ਤਕਨੀਕ ਲਗਾਈ ਉਸ ਥਾਂ ਨੂੰ ਸਾਫ਼ ਕਰਨ ਦੇ ਲਈ। ਬਾਵਜੂਦ ਇਸ ਦੇ ਅੱਜ ਤੱਕ ਉੱਥੇ ਕਿਸੇ ਵੀ ਪ੍ਰਕਾਰ ਦੀ ਵਸੋਂ ਸੰਭਵ ਨਹੀਂ ਹੋ ਸਕੀ। ਸੋ ਅਨੁਮਾਨ ਜੇ ਮੈਂ ਲਗਾਵਾਂ, ਖੁਦਾ ਨਾ ਖਾਸਤਾ ਕਿਸੇ ਵੀ ਤਰ੍ਹਾਂ ਦਾ ਹਾਦਸਾ ਉਸ ਪੂਰੇ ਖੇਤਰ ਨੂੰ ਨੇਸਤੋ ਨਬੂਦ ਕਰ ਸਕਦਾ ਹੈ। ਇੰਨਾ ਪੋਟੈਂਸ਼ੀਅਲ ਹੈ ਬਰਬਾਦੀ ਦਾ ਅਜਿਹੇ ਪ੍ਰੋਜੈਕਟਸ। ਮੈਂ ਨਹੀਂ ਕਹੂੰਗਾ ਕਿ ਅਸੀਂ ਸਿਰਫ ਇਹਦੀ ਨੈਗੇਟਿਵ ਸਾਈਡ ਦੇਖੀਏ, ਉਹਦੇ ਸਕਾਰਾਤਮਕ ਯੋਗਦਾਨ ਵੀ ਬਹੁਤ ਹੈ। ਵੈਸੇ ਰਿਫਾਈਨਰੀ ਨੇ ਜਾਂ ਇਸ ਐਕਟ ਦੇ ਅਨੁਸਾਰ ਉੱਥੇ ਦੇ ਲੋਕਾਂ ਨੂੰ ਜੇ ਕੋਈ ਹਾਦਸਾ ਵਾਪਰਦਾ ਹੈ ਤਾਂ ਬਚਾਉਣ ਵਾਸਤੇ ਕੁਝ ਪ੍ਰਬੰਧ ਵੀ ਕੀਤੇ ਹੋਣਗੇ। ਰਿਫਾਈਨਰੀ ਆਪਣੇ ਤੌਰ ਤੇ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਦੇ ਤਹਿਤ ਜਾਂ ਉਹਨਾਂ ਦੀ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਉਹਦੇ ਤਹਿਤ ਉਹ ਚਿਕਿਤਸਕ, ਸਿੱਖਿਅਕ ਸੇਵਾਵਾਂ ਅਤੇ ਪ੍ਰਬੰਧ ਉਪਲਬਧ ਕਰਾਉਂਦੇ ਹਨ। ਪਰ ਅਜਿਹੇ ਪ੍ਰਬੰਧ ਕਿਸੇ ਤਰ੍ਹਾਂ ਦੀ ਸਟੀਕ ਨਿਯੋਜਨ ਜਾਂ ਅੱਗੇ ਦੀ ਦ੍ਰਿਸ਼ਟੀ ਨੂੰ ਨਾਲ ਰੱਖ ਕੇ ਨਹੀਂ ਹੁੰਦੇ ਨੇ। ਉਹ ਮੌਜੂਦਾ ਸਮੇਂ ਨੂੰ ਜਾਂ ਮੌਜੂਦਾ ਸੰਕਟ ਨੂੰ ਜਾਂ ਮੌਜੂਦਾ ਪ੍ਰਬੰਧਾਂ ਨੂੰ ਐਡਰੈਸ ਕਰਨ ਦੇ ਲਈ ਬਣੇ ਹੁੰਦੇ ਹਨ। CSR ਦੇ ਅੰਡਰ ਇਹ ਤਾਂ ਹੋ ਸਕਦਾ ਹੈ ਕਿ ਲੋਕਾਂ ਨੂੰ ਦਵਾਈਆਂ ਦੇ ਦਿੱਤੀਆਂ ਜਾਣ, ਕੈਂਪ ਲਾ ਕੇ ਉਹਨਾਂ ਦੀਆਂ ਅੱਖਾਂ ਚੈੱਕ ਕਰ ਦਿੱਤੀਆਂ ਜਾਣ, ਪਰ ਕੋਈ ਅਚਾਨਕ ਜਿਵੇਂ ਤੁਸੀਂ ਗੱਲ ਕੀਤਾ ਕਿ ਉੱਥੇ ਬਲਾਸਟ ਹੋਇਆ ਤੇ 5-5 ਕਿਲੋਮੀਟਰ ਤੱਕ ਜਿਹੜੇ ਆ ਲੋਹੇ ਦੇ ਟੁਕੜੇ ਗਏ। ਅਗਰ ਕੋਈ ਇਸ ਤਰ੍ਹਾਂ ਦਾ ਹਾਦਸਾ ਹੁੰਦਾ ਹੈ ਤਾਂ ਉਹਦੇ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਤੇ ਕੋਈ ਐਡਾ ਪ੍ਰਬੰਧ ਨਹੀਂ ਹੈਗਾ। ਉਹ ਨਾ ਰਿਫਾਈਨਰੀ ਪ੍ਰਬੰਧ ਕਰਦੀ ਹੈ, ਉਹ ਸਾਰੀ ਜ਼ਿੰਮੇਵਾਰੀ ਫਿਰ ਆ ਜਾਂਦੀ ਹੈ ਜ਼ਿਲ੍ਹਾ ਪ੍ਰਬੰਧ ਤੇ, ਜ਼ਿਲ੍ਹਾ ਪ੍ਰਬੰਧਨ ਤੇ। ਔਰ ਇਹ ਜਿਹਨੂੰ ਅਸੀਂ ਕਹਿੰਦੇ ਨਾ ਕਿ ਇਹ ਹਿਊਮਨ ਇੰਡਿਊਸਡ ਡਿਜ਼ਾਸਟਰ ਜਾਂ ਮਨੁੱਖ ਦੁਆਰਾ ਨਿਰਮਿਤ ਇੱਕ ਐਸੀ ਡਿਜ਼ਾਸਟਰ ਹੈ। ਕਿਉਂਕਿ ਦੇਖੋ, ਜਦ ਅਸੀਂ ਪਰਿਆਵਰਣ ਵਾਲੇ ਪਾਸੇ ਵੀ ਨਜ਼ਰ ਮਾਰਦੇ ਹਾਂ, ਕੁਝ ਤੇ ਹੈ, ਕੁਝ ਪਰ ਕੁਦਰਤੀ ਤੌਰ ਤੇ ਕੁਝ ਉਥਲ ਪੁਥਲ ਹੁੰਦੀ ਹੈ। ਡਾਕਟਰ ਸਾਹਿਬ, ਤੁਸੀਂ ਇੱਕ ਨਟਸ਼ੈਲ ਜੇ ਆਪਾਂ ਗੱਲ ਕਰਨੀ ਹੋਵੇ ਕਿ ਇਹ ਪ੍ਰੋਜੈਕਟ ਬਣਦੇ ਰਹਿਣੇ ਆ, ਭਾਰਤਮਾਲਾ ਪ੍ਰੋਜੈਕਟ ਦਾ ਹਾਲੇ ਪਹਿਲਾ ਮਰਹਲਾ ਫਸਟ ਫੇਜ਼ ਜਿਹੜਾ ਉਹਦੇ ਵਿੱਚ ਕੋਈ ਤੁਸੀਂ 36,000 ਕਿਲੋਮੀਟਰ ਜਿਹੜੀਆਂ ਨੇ ਉਹ ਸੜਕਾਂ ਬਣਨੀਆਂ ਨੇ, ਜਿਹੜੀਆਂ ਕਿ ਡਿਲੇ ਹੋ ਗਈਆਂ ਨੇ। ਉਹਨਾਂ ਦਾ 5 ਸਾਲ ਡਿਲੇ ਹੋ ਗਈਆਂ ਨੇ, 2027 ਤੱਕ ਬਣਨੀਆਂ ਨੇ, ਹਾਲੇ 7,000 ਕਿਲੋਮੀਟਰ ਹੀ ਬਣੀਆਂ ਨੇ। ਇਹਦਾ ਇੱਕ ਫੇਜ਼ 2 ਵੀ ਸ਼ੁਰੂ ਹੋਣਾ, ਉਹਦੇ ਲਈ ਵੀ ਜ਼ਮੀਨਾਂ ਐਕਵਾਇਰ ਹੋਣੀਆਂ ਨੇ। ਜਾਂ ਸਰਕਾਰ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਉਂਦੀ ਹੈ, ਜਾਂ ਕੋਈ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਜਿਹੜੀ ਗੱਲ ਸ਼ੁਰੂ ਹੁੰਦੀ ਹੈ, ਜਾਂ ਕੱਲੀ ਪ੍ਰਾਈਵੇਟ ਵਾਸਤੇ ਜਿਹੜੀ ਆ ਉਹ ਸਰਕਾਰ ਕਰਦੀ ਹੈ। ਲੋਕਾਂ ਨੂੰ ਸੁਚੇਤ ਰਹਿਣ ਲਈ ਤਾਂ ਕਿ ਉਹਨਾਂ ਦੇ ਉੱਤੇ ਭਵਿੱਖ ਵਿੱਚ ਮਾੜਾ ਅਸਰ ਨਾ ਪਵੇ, ਉਹਨਾਂ ਦੀਆਂ ਸਿਹਤਾਂ ਤੇ, ਉਹਨਾਂ ਦੇ ਸਮਾਜਿਕ ਤੌਰ ਤੇ, ਪਲੱਸ ਸਰਮਾਏ ਦੇ ਤੌਰ ਤੇ ਵੀ ਉਹ ਸਟਰੋਂਗ ਹੋ ਸਕਣ, ਉਹਨਾਂ ਨੂੰ ਕੰਪਨਸੇਸ਼ਨ ਪੂਰੀ ਮਿਲੇ। ਕਿਹੜੀਆਂ ਗੱਲਾਂ ਨੇ ਮੁੱਖ ਜਿਨ੍ਹਾਂ ਤੋਂ ਸੁਚੇਤ ਹੋਣਾ ਚਾਹੀਦਾ ਉਹਨਾਂ ਨੂੰ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤੇ ਕਿਸੇ ਵੀ ਵਿਅਕਤੀ ਦੀ ਜਾਂ ਕਿਸੇ ਵੀ ਪਰਿਵਾਰ ਦੀ, ਸਮੁਦਾਇ ਦੀ, ਪਿੰਡ ਦੀ, ਪੰਚਾਇਤ ਦੀ ਜ਼ਮੀਨ ਐਕੁਇਜ਼ੀਸ਼ਨ ਤਹਿਤ ਜੇ ਸਰਕਾਰ ਪ੍ਰਪੋਜ਼ ਕਰਦੀ ਹੈ, ਜਦ ਤੱਕ ਸਰਕਾਰ ਆਪਣੇ ਲੈਂਡ ਬੈਂਕ ਚੋਂ ਕੋਈ ਇਨਫਰਾਸਟ੍ਰਕਚਰ ਨਹੀਂ ਉਸਾਰਨਾ ਚਾਹ ਰਹੀ, ਸਰਕਾਰ ਨੂੰ ਇਹਨਾਂ ਅਦਾਰਿਆਂ ਦੀ ਸਹਿਮਤੀ ਲਾਜ਼ਮੀ ਹੈ ਜੀ। ਜੇ ਉਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਜੈਕਟ ਨੇ ਤਾਂ 70% ਲੋਕਾਂ ਦੀ, ਔਰ ਜੇ ਉਹ ਪ੍ਰਾਈਵੇਟ ਅਦਾਰੇ ਦੀ ਉਸਾਰੀ ਦੇ ਲਈ ਪ੍ਰੋਜੈਕਟ ਨੇ ਤਾਂ 80% ਲੋਕਾਂ ਦੀ ਹਮਾਇਤ, ਉਹਨਾਂ ਦੀ ਮਨਜ਼ੂਰੀ ਲਾਜ਼ਮੀ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਉਹ ਆਪਣੇ ਅਧਿਕਾਰਾਂ ਦੇ ਨਾਲ ਜਾਣਕਾਰ ਹੋਣ। ਇਸ ਐਕਟ ਦਾ ਨਾਮ ਹੀ ਜਿਹੜਾ ਹੈ ਉਹ ਭੂਮੀ ਗ੍ਰਹਿਣ ਵਿੱਚ ਨਿਰਪੱਖ ਮੁਆਵਜ਼ੇ ਅਤੇ ਪਾਰਦਰਸ਼ਿਤਾ ਦਾ ਅਧਿਕਾਰ। ਸੋ ਅਧਿਕਾਰ ਲੋਕਾਂ ਦੇ ਹੱਥ ਦੇ ਵਿੱਚ ਦਿੱਤਾ ਗਿਆ ਹੈ। ਇਹ ਅਧਿਕਾਰ ਨਿਆਇਕ ਅਧਿਕਾਰ ਹੈ। ਤੁਸੀਂ ਇਸ ਐਕਟ ਦੀ ਪੰਜਾਬੀ ਰੂਪਾਂਤਰਨ ਨੂੰ ਜਾਂ ਅੰਗਰੇਜ਼ੀ ਰੂਪਾਂਤਰਨ ਨੂੰ ਦੇਖ ਸਕਦੇ ਹੋ। ਇਸ ਐਕਟ ਦੇ ਸੈਕਸ਼ਨ 4 ਦੇ ਤਹਿਤ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ, ਔਰ ਉਸ ਸਟੱਡੀ ਦੇ ਅੰਦਰ ਇੱਕ ਪਬਲਿਕ ਹੀਅਰਿੰਗ ਹੋਣੀ ਲਾਜ਼ਮੀ ਹੈ। ਉਸ ਸਟੱਡੀ ਤੋਂ ਇੱਕ ਸੋਸ਼ਲ ਇੰਪੈਕਟ ਮੈਨੇਜਮੈਂਟ ਪਲਾਨ ਜਾਂ ਪ੍ਰਭਾਵ ਪ੍ਰਬੰਧਨ ਯੋਜਨਾ ਦੀ ਉਸਾਰਨਾ ਲਾਜ਼ਮੀ ਹੈ। ਇਸ ਤੋਂ ਬਾਵਜੂਦ ਵੀ ਜੇ ਉਹ ਪ੍ਰਬੰਧ ਪਰਿਯੋਜਨਾ ਜਾਂ ਭੂਮੀ ਐਕੁਇਜ਼ੀਸ਼ਨ ਆਪ ਜੀ ਦੇ ਕਿਸੇ ਵੀ ਅਧਿਕਾਰ ਨੂੰ ਹਤਾਹਤ ਕਰਦੀ ਹੈ, ਆਪ ਜੀ ਦੇ ਕਿਸੇ ਵੀ ਅਧਿਕਾਰ ਨੂੰ ਆਪ ਜੀ ਤੋਂ ਖੋਹਦੀ ਹੈ, ਤਾਂ ਆਪ ਜੀ ਬਿਨਾਂ ਕਿਸੇ ਡਰ ਤੋਂ ਅਦਾਲਤ ਦੇ ਦਰਵਾਜ਼ੇ ਤੱਕ ਪਹੁੰਚ ਸਕਦੇ ਹੋ। ਡਾਕਟਰ ਸਾਹਿਬ, ਇਹ ਜਿਹੜੀ ਤੁਸੀਂ ਕਾਪੀ ਵਿਖਾਈ ਹੈ, ਇਹਦੀ ਪੰਜਾਬੀ ਵਰਸ਼ਨ ਮਿਲਦਾ? ਇਹਦਾ ਪੰਜਾਬੀ ਵਰਜ਼ਨ ਮੈਂ ਆਪ ਜੀ ਨੂੰ ਬਹੁਤ ਜਲਦੀ ਉਪਲਬਧ ਕਰਵਾ ਦੂੰਗਾ ਜੀ, ਕਿਉਂਕਿ ਪੰਜਾਬੀ ਜਿਹੜੇ ਲੋਕ ਨੇ ਉਹਨਾਂ ਨੂੰ ਪੰਜਾਬੀ ਹੀ ਜ਼ਿਆਦਾ ਸਮਝ ਆਏਗੀ, ਕਿਉਂਕਿ ਕਈ ਵਾਰੀ ਅੰਗਰੇਜ਼ੀ ਦੀਆਂ ਟਰਮ ਸਮਝ ਨਹੀਂ ਆਉਂਦੀਆਂ। ਸੋ ਕੀ ਪੰਜਾਬੀ ਯੂਨੀਵਰਸਿਟੀ ਇਹਨੂੰ ਤਿਆਰ ਕਰ ਰਹੀ ਹੈ? ਜੀ ਬਿਲਕੁਲ। ਜਦ ਮੈਂ ਇਸ ਮਹਿਕਮੇ ਦਾ ਚਾਰਜ ਲਿਆ ਉਸ ਵੇਲੇ ਮੇਰੇ ਸਾਹਮਣੇ ਵੀ ਇਹ ਇੱਕ ਚੈਲੰਜ ਦੇ ਤੌਰ ਤੇ ਸਾਹਮਣੇ ਆਇਆ, ਔਰ ਅਸੀਂ ਪਿੰਡਾਂ ਤੱਕ ਜਿੱਥੇ ਪਹੁੰਚ ਕੀਤੀ, ਅਸੀਂ ਆਪਣੇ ਸੋਸ਼ਲ ਇੰਪੈਕਟ ਅਸੈਸਮੈਂਟ ਤੱਕ ਮੁਤਲਕ ਏਰੀਏ ਦੀ ਜਾਂ ਇਸ ਦੇ ਮੈਟਰ ਦੀ ਟਰਾਂਸਲੇਸ਼ਨ ਕਰਕੇ ਲੋਕਾਂ ਤੱਕ ਪਹੁੰਚਦੀ ਕੀਤੀ। ਪੂਰਾ ਐਕਟ ਥੋੜਾ ਜਿਹਾ ਸੰਜੀਦਾ ਹੈ ਕਿਉਂਕਿ ਕਾਨੂੰਨੀ ਦਾ ਪੇਚ ਵੀ ਇਹਦੇ ਵਿੱਚ ਬਹੁਤ ਬਰੀਕੀਆਂ ਨੇ। ਸੋ ਉਹਨਾਂ ਬਰੀਕੀਆਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਅਸੀਂ ਬਹੁਤ ਜਲਦੀ ਹੀ ਪਬਲਿਕ ਤੱਕ ਇਹ ਐਕਟ ਲੈ ਕੇ ਆਵਾਂਗੇ, ਤਾਂ ਜੋ ਸਾਰਿਆਂ ਦੀ ਸੁਚੇਤਤਾ ਵਿੱਚ ਵਾਧਾ ਕੀਤਾ ਜਾ ਸਕੇ। ਵਿਕਾਸ ਨੂੰ ਰੋਕਿਆ ਨਹੀਂ ਜਾ ਸਕਦਾ,
ਪਰ ਵਿਕਾਸ ਦੇ ਨਾਲ ਟੁੱਟ ਭੱਜ ਵੀ ਹੁੰਦੀ ਹੈ। ਅਸੀਂ ਉਹਨੂੰ ਵਿਨਾਸ਼ ਪੂਰੀ ਤਰ੍ਹਾਂ ਤਾਂ ਨਹੀਂ ਕਹਿ ਸਕਦੇ, ਪਰ ਜਿਹੜੇ ਲੋਕ ਪ੍ਰਭਾਵਿਤ ਹੁੰਦੇ ਉਹਨਾਂ ਦੇ ਲਈ ਸੱਚਮੁੱਚ ਵਿਨਾਸ਼ ਹੁੰਦਾ, ਕਿਉਂਕਿ ਇੱਕ ਗਰੀਬ ਆਦਮੀ ਜਿਹਦਾ ਇੱਕ ਛੋਟਾ ਜਿਹਾ ਘਰ ਹੈ, ਉਹ ਘਰ ਟੁੱਟ ਜੇ ਤਾਂ ਉਹਦੇ ਲਈ ਤਾਂ ਵਿਨਾਸ਼ ਹੀ ਹੁੰਦਾ ਹੈ। ਵਿਨਾਸ਼ ਲਈ ਜ਼ਰੂਰੀ ਨਹੀਂ ਕਿ ਸੁਨਾਮੀ ਆਵੇ ਜਾਂ ਬਹੁਤ ਭੁਚਾਲ ਆਵੇ ਜਾਂ ਹੜ੍ਹ ਆਵੇ। ਇੱਕ ਗਰੀਬ ਦਾ ਘਰ ਟੁੱਟ ਗਿਆ ਤੇ ਉਹਦਾ ਵਿਨਾਸ਼ ਹੈ, ਕਿਉਂਕਿ ਉਹਨੂੰ ਉਸ ਤੋਂ ਬਾਅਦ ਉਹੋ ਜਿਹਾ ਘਰ ਖੜਾ ਕਰਨ ਲਈ ਬਹੁਤ ਤਰੱਦਦ ਕਰਨਾ ਪੈਂਦਾ। ਕਾਨੂੰਨੀ ਤੌਰ ਤੇ ਤੁਹਾਡੇ ਕੋਲੇ ਇੱਕ ਕਾਨੂੰਨ ਹੈਗਾ, ਜੇਕਰ ਤੁਹਾਡੇ ਨਾਲ ਕਿਤੇ ਨਾ ਕਿਤੇ ਜ਼ਿਆਦਤੀ ਹੋ ਰਹੀ ਹੈ ਤਾਂ ਤੁਸੀਂ ਫਿਰ ਲੀਗਲ ਰੈਮਡੀ ਦੇ ਲਈ ਕਾਨੂੰਨੀ ਚਾਰਾਜੋਈ ਜਿਹੜੀ ਆ ਉਹ ਕਰ ਸਕਦੇ ਹੋ। ਪਰ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਕਾਨੂੰਨ ਦੇ ਤਹਿਤ ਅਗਰ ਸਰਕਾਰ ਤੁਹਾਡੀ ਜ਼ਮੀਨ ਐਕਵਾਇਰ ਕਰਦੀ ਹੈ ਤਾਂ ਕੀ ਜਿਹੜੀਆਂ ਗੱਲਾਂ ਇਸ ਕਾਨੂੰਨ ਦੇ ਵਿੱਚ ਦਿੱਤੀਆਂ ਗਈਆਂ ਨੇ ਉਹਦੇ ਮੁਤਾਬਕ ਤੁਹਾਨੂੰ ਜਾਣਕਾਰੀ ਹੈ? ਕਿ ਭਵਿੱਖ ਵਿੱਚ ਕੋਈ ਪਲਾਨ ਬਣ ਰਹੀ ਹੈ? ਕੀ ਤੁਸੀਂ ਉਹਦੇ ਤੋਂ ਸੰਤੁਸ਼ਟ ਹੋ? ਕੀ ਤੁਸੀਂ ਆਪਣੇ ਆਬਜੈਕਸ਼ਨ ਫਾਈਲ ਕਰ ਦਿੱਤੇ ਆ? ਔਰ ਕੀ ਤੁਹਾਡੇ ਆਬਜੈਕਸ਼ਨਾਂ ਦੇ ਉੱਤੇ ਕੋਈ ਸੁਣਵਾਈ ਹੋਈ ਹੈ? ਉਹਨਾਂ ਨੂੰ ਜਾਣਕਾਰੀ 'ਚ ਲਿਆ ਗਿਆ? ਕੋਈ ਇੰਪੈਕਟ ਉਹਦਾ ਹੋਇਆ? ਇਹ ਗੱਲਾਂ ਬਹੁਤ ਸਾਰੀਆਂ ਨੇ। ਸੋ ਡਾਕਟਰ ਸਾਹਿਬ ਤੁਸੀਂ ਬਹੁਤ ਕੰਮ ਦੀ ਜਾਣਕਾਰੀ ਦਿੱਤੀ ਆ, ਔਰ ਅਸੀਂ ਆਸ ਕਰਦੇ ਹਾਂ ਕਿ ਬਠਿੰਡੇ ਵਰਗੇ ਹਾਲਾਤ ਸਾਡੇ ਕਿਸੇ ਹੋਰ ਪਿੰਡ ਦੇ ਨਾਲ ਜਿਹੜੇ ਆ ਉਹ ਨਾ ਬਣਨ, ਤੇ ਇਹ ਜ਼ਮੀਨ ਜਿਹੜੀ ਹੈ ਗੁਰੂਆਂ ਪੀਰਾਂ ਦੀ ਜ਼ਮੀਨ ਹੈ, ਪੰਜਾਂ ਪਾਣੀਆਂ ਦੀ ਜ਼ਮੀਨ ਆ, ਇਸੇ ਤਰ੍ਹਾਂ ਜ਼ਰਖੇਜ਼ ਰਵੇ, ਲੋਕ ਹੱਸਦੇ ਵਸਦੇ ਰਹਿਣ ਤੇ ਲੋਕਾਂ ਨੂੰ ਦੁਬਾਰੇ ਸੜਕਾਂ ਦੇ ਉੱਤੇ ਨਿਕਲ ਕੇ ਆਪਣੀਆਂ ਹੀ ਜ਼ਮੀਨਾਂ ਬਚਾਉਣ ਵਾਸਤੇ ਛਾਤੀਆਂ ਨਾ ਡਾਉਣੀਆਂ ਪੈਣ। ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ।